ਵਾਹਿਗੁਰੂ ਸਾਹਿਬ ਜੀ। ਗੋਬਿੰਦ 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 ਸੰਗ, ਨਾਮ ਦਿਓ ਮਨ ਲੀਨਾ। ਆੜ ਦਾਮ ਕੋ ਛਿਪਰੋ, ਹੋਇਓ ਲਾਖੀਨਾ। ਮੁਨਨਾ ਤਨਨਾ ਤਿਆਗ ਕੈ, ਪ੍ਰੀਤ ਚਰਨ ਕਬੀਰਾ। ਨੀਚ ਕੁਲਾ ਜੁਲਾਹਰਾ, ਭਇਓ ਗੁਨੀ ਗਹੀਰਾ। ਰਵਿਦਾਸ ਢਵੰਤਾ ਢੋਰ ਨੀਤ, ਤਿਨ ਤਿਆਗੀ ਮਾਇਆ। ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ, ਭਗਤਾਂ ਮਹਿ ਗਣਿਆ। ਏ ਬਿਦ ਸੁਨ ਕੇ ਜਟ ਰੋ, ਉਠ ਭਗਤੀ ਲਾਗਾ। ਮਿਲੈ ਪ੍ਰਤੱਖ ਗੁਸਈਆ, ਧੰਨਾ ਵਡ ਭਾਗਾ। ਸੁਖਾਉ ਟਲ ਗੁਰ ਸੇਵੀਐ, ਐਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਖ ਸਾਗਰ ਸੁਰਤ ਚਿੰਤਾਮਨ, ਕਾਮ ਧੇਨ ਬਸ ਜਾ ਕੈ। ਚਾਰ ਪਦਾਰਥ ਅਸ਼ਟ ਦਸ਼ਾ ਸਿੱਧ, ਨਵ ਨਿਧ ਕਰ ਤਲ ਤਾਕੇ। ਹਰ 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 ਨਾ ਜਪੈ ਰਸਨਾ, ਅਵਰ ਸਭ ਤਿਆਗ ਬਚਨ ਰਚਨਾ। ਸੁਖ ਸਾਗਰ ਸੁਰਤਾਰ ਚਿੰਤਾਮਨ, ਕਾਮ ਧੇਨ ਬਸ ਜਾ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ, ਸਤਿਗੁਰੂ ਗਰੀਬ ਨਿਵਾਜ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋ ਰਹੀ ਗੁਰੂ ਕੀ ਸੰਗਤ। ਆਪ ਸੰਗਤ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਸਰਵਣ ਕੀਤੀਆਂ। ਮਿਲਿਆ ਹੋਇਆ ਇਹ ਜੋ ਮਨੁੱਖਾ ਜਨਮ ਦਾ ਸਮਾਂ ਹੈ, ਗੁਰੂ ਰਹਿਮਤ ਨਾਲ ਆਪ ਜੀਆਂ ਨੇ ਸਫਲਾ ਬਣਾਇਆ ਹੈ। ਸਤਿਗੁਰੂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਦੇ ਇਹ ਜੋ ਸੁਭਾਗੇ ਸਾਨੂੰ ਦੀਵਾਨ ਦਾ ਸਮਾਂ ਬਖਸ਼ਿਸ਼ ਕੀਤਾ ਹੈ,
ਇਸ ਦੇ ਅੰਦਰ ਆਪਾਂ ਇਸ ਵੇਲੇ ਸਤਿਗੁਰਾਂ ਦੀ ਅਗੰਮੀ ਬਾਣੀ ਦੀ ਜੋ ਵਿਚਾਰ ਹੈ ਕਥਾ ਦੇ ਰੂਪ ਦੇ ਵਿੱਚ, ਇਹ ਸਾਨੂੰ ਐਸਾ ਸਮਾਂ ਮਹਾਰਾਜ ਜੀਆਂ ਨੇ ਬਖਸ਼ਿਸ਼ ਵਾਲਾ ਇਹ ਮਹਾਰਾਜ ਦੀ ਕਿਰਪਾ ਨਾਲ ਪ੍ਰਾਪਤ ਹੋ ਰਿਹਾ। ਸੋ ਆਓ ਕੁਝ ਸਮੇਂ ਵਾਸਤੇ ਮਨ ਦੇ ਧਿਆਨ ਨੂੰ ਟਿਕਾ ਕੇ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਗੁਰਬਾਣੀ ਦੇ ਉਹ ਸਰਵਣ ਕਰੀਏ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੁਖ ਸਾਗਰ ਸੁਰਤਾਰ ਚਿੰਤਾਮਨ ਕਾਮ ਧੇਨ ਬਸ ਜਾ ਕੇ। ਭਗਤ ਰਵਿਦਾਸ ਜੀਆਂ ਦਾ ਇਹ ਜੋ ਸ਼ਬਦ ਹੈ ਉਹ ਆਪਾਂ ਸਰਵਣ ਕਰਨ ਜਾ ਰਹੇ ਹਾਂ। ਭਗਤ ਰਵਿਦਾਸ ਜੀਆਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤੇ ਅਤੇ ਇਹ ਜੋ ਸੋਠ ਰਾਗ ਆਪਾਂ ਸਰਵਣ ਕਰ ਰਹੇ ਹਾਂ ਇਹਦੇ ਵਿੱਚ 7 ਸ਼ਬਦ ਭਗਤ ਰਵਿਦਾਸ ਜੀਆਂ ਦੇ ਅੰਕਿਤ ਹੋਏ। ਉਹਨਾਂ 7 ਸ਼ਬਦਾਂ ਵਿੱਚੋਂ ਅੱਜ ਆਪਾਂ ਚੌਥਾ ਸ਼ਬਦ ਜੋ ਹੈ ਉਹ ਸਰਵਣ ਕਰ ਰਹੇ ਹਾਂ। ਇਸ ਤੋਂ ਪਹਿਲਾਂ 3 ਸ਼ਬਦ ਭਗਤ ਰਵਿਦਾਸ ਜੀਆਂ ਦੇ ਆਪਾਂ ਸਰਵਣ ਕਰ ਲਏ। ਭਗਤ ਰਵਿਦਾਸ ਜੀਆਂ ਦਾ ਜੋ ਜਨਮ ਹੈ ਉਹ ਕਾਂਸ਼ੀਪੁਰੀ ਵਿੱਚ ਹੋਇਆ। ਕਾਂਸ਼ੀ ਇੱਕ ਬਹੁਤ ਵੱਡਾ ਸ਼ਹਿਰ ਹੈ ਜੋ ਕਿ ਸਨਾਤਨ ਜੋ ਧਰਮ ਹੈ ਉਸ ਦਾ ਇਤਿਹਾਸਕ ਸ਼ਹਿਰ ਮੰਨਿਆ ਜਾਂਦਾ। ਉਸ ਸ਼ਹਿਰ ਦੇ ਵਿੱਚ ਭਗਤ ਰਵਿਦਾਸ ਜੀਆਂ ਦਾ ਜਨਮ ਹੋਇਆ। ਮਾਤਾ ਜੀ ਦਾ ਨਾਮ ਧੁਰਬਿੰਨੀਆ ਜੀ, ਪਿਤਾ ਜੀ ਦਾ ਨਾਮ ਰਾਮੂ ਜੀ ਅਤੇ ਇਸੇ ਤਰ੍ਹਾਂ ਭਗਤ ਰਵਿਦਾਸ ਜੀ ਦੁਨੀਆ ਦੇ ਵਿੱਚ 1378 ਈਸਵੀ ਦੇ ਵਿੱਚ ਉਹਨਾਂ ਨੇ ਅਵਤਾਰ ਧਾਰਿਆ ਹੈ। 150 ਸਾਲ ਦੀ ਲੰਮੀ ਉਮਰਾ ਭਗਤ ਰਵਿਦਾਸ ਜੀਆਂ ਦੀ ਹੋਈ ਹੈ। ਸੋ ਐਸੇ ਭਗਤ ਨੇ ਜਿਨ੍ਹਾਂ ਦੀ ਇਹ ਬਾਣੀ ਆਪਾਂ ਸਰਵਣ ਕਰਨ ਜਾ ਰਹੇ ਹਾਂ। ਭਗਤ ਰਵਿਦਾਸ ਜੀਆਂ ਦੇ ਕੋਲ ਇੱਕ ਵਿਅਕਤੀ ਜੋ ਹੈ ਨਾ ਅਕਾਲ ਪੁਰਖ ਦੀ ਪਰਮਾਤਮਾ ਦੀ ਛੱਡ ਕੇ ਬੰਦਗੀ ਨੂੰ, ਨਾਮ ਜਪਣਾ ਛੱਡ ਕੇ ਦੇਵੀ ਦੇਵਤਿਆਂ ਦੀ ਉਪਾਸਨਾ ਦੇ ਵਿੱਚ ਪੈ ਗਿਆ। ਭਗਤ ਜੀਆਂ ਨੇ ਵੇਖਿਆ ਵੀ ਪਹਿਲਾਂ ਤੇ ਇਹ ਪਰਮਾਤਮਾ ਦਾ ਨਾਮ ਜਪਦਾ ਸੀ, ਹੁਣ ਅਕਾਲ ਪੁਰਖ ਦੇ ਨਾਮ ਨੂੰ ਛੱਡ ਕੇ ਹੋਰਾਂ ਮੰਤਰਾਂ ਨੂੰ ਸਿੱਧ ਕਰਨ ਵਾਸਤੇ ਲੱਗ ਪਿਆ। ਇੱਕ ਦਿਨ ਭਗਤ ਰਵਿਦਾਸ ਜੀਆਂ ਨੇ ਪੁੱਛ ਹੀ ਲਿਆ, ਕਹਿਣ ਲੱਗੇ ਜੀ ਰੱਬ ਦੀ ਪਰਮਾਤਮਾ ਦੀ ਬੰਦਗੀ ਛੱਡੀ ਹੈ, ਇਹ ਸ਼ਿਵ ਜੀ ਦੀ ਪੂਜਾ ਵਾਸਤੇ ਜਾਂ ਹੋਰ ਕਿਸੇ ਦੇਵਤੇ ਦੀ ਪੂਜਾ ਵਾਸਤੇ ਕਿਉਂ ਲੱਗ ਗਏ? ਤੇ ਉਹ ਵਿਅਕਤੀ ਕਹਿਣ ਲੱਗਾ ਜੀ ਮੈਨੂੰ ਪਦਾਰਥਾਂ ਦੀ ਲੋੜ ਹੈ, ਵਸਤੂਆਂ ਦੀ ਲੋੜ ਹੈ। ਮੈਨੂੰ ਕਿਸੇ ਨੇ ਆਖਿਆ ਵੀ ਜੋ ਭੋਲੇਨਾਥ ਹੈ, ਜੋ ਸ਼ਿਵ ਜੀ ਹੈ, ਉਹਦਾ ਥੋੜ੍ਹਾ ਨਾਮ ਜਪੀਏ, ਥੋੜ੍ਹੇ ਮੰਤਰ ਜਪੀਏ ਤੇ ਉਹ ਝੱਟ ਖੁਸ਼ ਹੋ ਕੇ ਤੇ ਵੱਡੇ ਵਰਦਾਨ ਬਖਸ਼ਿਸ਼ ਕਰ ਦਿੰਦਾ। ਸਤਿਗੁਰਾਂ ਨੇ ਗੁਰਬਾਣੀ ਵਿੱਚ ਲਿਖਿਆ ਸੰਪੈ ਕੋ ਈਸਰ ਧਿਆਈਐ। ਸੰਪੈ ਤੋਂ ਭਾਵ ਇਹ ਜੋ ਮਾਇਆ ਹੈ, ਪਦਾਰਥ ਹਨ, ਵਸਤੂਆਂ ਹਨ, ਇਹਨਾਂ ਨੂੰ ਲੈਣ ਵਾਸਤੇ ਈਸਰ ਧਿਆਈਐ। ਈਸਰ ਨਾਮ ਸ਼ਿਵ ਜੀ ਦਾ ਹੈ। ਕਹਿਣ ਲੱਗੇ ਦੁਨੀਆ ਦੇ ਲੋਕ ਮਾਇਆ ਵਾਸਤੇ, ਧਨ ਵਾਸਤੇ ਸ਼ਿਵ ਜੀ ਦੇ ਮੰਤਰਾਂ ਨੂੰ ਜਪਦੇ ਵੀ ਉਹ ਛੇਤੀ ਵਸਤੂ ਦੇਵੇਗਾ। ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੈ ਕੀ ਪਾਈਐ। ਤੈਨੂੰ ਮਿਲਣਾ ਉਹ ਹੈ ਜੋ ਤੇਰੇ ਕਰਮਾਂ ਵਿੱਚ ਲਿਖਿਆ। ਜੋ ਤੂੰ ਪਿਛਲੇ ਜਨਮਾਂ ਵਿੱਚ ਕਰਮ ਕੀਤੇ ਉਹਨਾਂ ਕਰਮਾਂ ਦਾ ਦੁੱਖ ਤੇ ਸੁੱਖ ਤੈਨੂੰ ਇਸ ਜਨਮ ਦੇ ਵਿੱਚ ਮਿਲਣਾ। ਜਿਹੜਾ ਕਰਮ ਤੂੰ ਲਿਖਵਾ ਕੇ ਲੈ ਕੇ ਆਇਆ ਤੇ ਕਰਮ ਲਿਖਿਆ ਉਹ ਜਾਣਾ, ਜਿਹੜੇ ਕਰਮ ਤੂੰ ਪਿੱਛੇ ਕੀਤੇ ਨੇ ਉਹਨਾਂ ਦੇ ਮੁਤਾਬਕ ਤੈਨੂੰ ਅੱਗੇ ਫਲ ਮਿਲਣਾ। ਜਿਹੜਾ ਪਦਾਰਥ ਤੇਰੇ ਕਰਮਾਂ ਵਿੱਚ ਨਹੀਂ ਲਿਖਿਆ ਉਹ ਤੂੰ ਕਿਸੇ ਵੀ ਦੇਵਤੇ ਦਾ, ਕਿਸੇ ਵੀ ਪੈਗੰਬਰ ਦਾ ਮੰਤਰ ਪੜ੍ਹ ਲੈ, ਭਾਵੇਂ ਸਿੱਧ ਕਰ ਲੈ, ਕਰਮਾਂ ਤੋਂ ਲਿਖੀ ਹੋਈ ਬਾਹਰੀ ਵਸਤੂ ਮਿਲੇਗੀ ਨਹੀਂ। ਮਿਲੇਗੀ ਉਹ ਜਿਹੜੀ ਲਿਖੀ ਹੋਈ ਹੈ। ਪਰ ਜੇ ਪਰਮਾਤਮਾ ਦਾ ਨਾਮ ਜਪੇਗਾ ਤੇ ਉਹਦੇ ਵਿੱਚ ਦਾਤ ਇਹ ਮਿਲੇਗੀ ਵੀ ਵਸਤੂ ਨਹੀਂ ਵੀ ਤੇਰੇ ਕਰਮਾਂ ਵਿੱਚ ਲਿਖੀ ਤੇ ਉਹ ਵੀ ਮਿਲ ਜਾਵੇਗੀ। ਐਸਾ ਉਹ ਪਰਮਾਤਮਾ ਹੈ। ਰੋ ਵਿਚਾਰ ਕਹਿਣ ਲੱਗੇ ਵੀ ਇਹ ਵਿਅਕਤੀ ਕਹਿਣ ਲੱਗਾ ਭਗਤ ਰਵਿਦਾਸ ਜੀਆਂ ਨੂੰ, ਕਹਿਣ ਲੱਗਾ ਜੀ ਮੈਂ
ਪਰਮਾਤਮਾ ਦੀ ਬੰਦਗੀ ਸਿਮਰਨ ਤਾਂ ਛੱਡਿਆ ਕਿਉਂਕਿ ਮੈਨੂੰ ਪਦਾਰਥਾਂ ਦੀ ਲੋੜ ਹੈ, ਅਤੇ ਪਦਾਰਥਾਂ ਦੀ ਲੋੜ ਤੇ ਦੇਵਤਿਆਂ ਕੋਲੋਂ ਪੂਰੀ ਹੁੰਦੀ ਹੈ। ਮੈਂ ਉਹਨਾਂ ਦੇ ਮੰਤਰਾਂ ਨੂੰ ਤਾਂ ਜਪਦਾ ਪਿਆ। ਭਗਤ ਰਵਿਦਾਸ ਜੀ ਸੁਣ ਕੇ ਬਚਨ ਤੇ ਫਿਰ ਇਹ ਜੋ ਸ਼ਬਦ ਹੈ ਨਾ ਉਸ ਵੇਲੇ ਬਖਸ਼ਿਸ਼ ਕਰਦੇ ਹਨ। ਸੁਖ ਸਾਗਰ ਸੁਰਤਾ ਚਿੰਤਾ ਮਨ ਕਾਮ ਧੇਨ ਬਸ ਜਾ ਕੇ। ਕਹਿਣ ਲੱਗੇ ਭਾਈ ਜਿਹੜਾ ਬਚਨ ਅਸੀਂ ਤੇਰੇ ਨਾਲ ਕਰਦੇ ਆ ਨਾ ਧਿਆਨ ਦੇ ਨਾਲ ਸੁਣ। ਤੇ ਸਾਰਿਆਂ ਤੋਂ ਪਹਿਲਾ ਬਚਨ ਕੀਤਾ ਸੁਰ ਤਰ। ਤਰ ਨਾਮ ਗੁਰਮੁਖੋ ਰੁੱਖ ਦਾ ਹੈ ਤੇ ਸੁਰ ਨਾਮ ਦੇਵਤਿਆਂ ਦਾ। ਕਹਿਣ ਲੱਗੇ ਦੇਵਤਿਆਂ ਦੇ ਕੋਲ ਇੱਕ ਰੁੱਖ ਹੈ। ਜਦੋਂ 14 ਰਤਨ ਕੱਢੇ ਗਏ ਨਾ ਸਮੁੰਦਰ ਦੇ ਵਿੱਚ, ਉਸ ਸਮੁੰਦਰ ਨੂੰ ਰਿੜਕਿਆ ਗਿਆ, ਮੰਥਨ ਕੀਤਾ ਗਿਆ। 14 ਰਤਨ ਨਿਕਾਲਿਓਨ ਕੀਤੋ ਚਾਨਾਨ। ਗੁਰਬਾਣੀ ਦਾ ਵੀ ਬਚਨ ਹੈ ਤੇ ਵੇਦਾਂ ਸ਼ਾਸਤਰਾਂ ਵਿੱਚ ਵੀ ਇਹ ਬਚਨ ਲਿਖੇ ਹੋਏ ਕਿ ਇੱਕ ਵਾਰੀ ਦੇਵਤਿਆਂ ਤੇ ਦੈਂਤਾਂ ਨੇ ਖੀਰ ਸਮੁੰਦਰ ਨੂੰ ਜਿਹੜਾ ਸੀ ਰਿੜਕਿਆ, ਉਹਦੇ ਵਿੱਚੋਂ 14 ਰਤਨ ਨਿਕਲੇ ਤੇ ਉਹਨਾਂ ਰਤਨਾਂ ਵਿੱਚੋਂ ਕਲਪ ਬ੍ਰਿਸ਼ ਵੀ ਨਿਕਲ ਆਇਆ। ਤੇ ਕਲਪ ਬ੍ਰਿਸ਼ ਇੱਕ ਇਹੋ ਜਿਹਾ ਰੁੱਖ ਹੈ ਵੀ ਉਹਦੇ ਥੱਲੇ ਖੜ ਕੇ ਕੋਈ ਵਸਤੂ ਮੰਗ ਲਈਏ ਤੇ ਉਹ ਦੇ ਦਿੰਦਾ, ਕਲਪਨਾ ਪੂਰੀ ਕਰਦਾ, ਮਨ ਦੀਆਂ ਇੱਛਾ ਪੂਰੀਆਂ ਕਰਦਾ। ਮਨ ਦੀਆਂ ਇੱਛਾ ਪੂਰੀਆਂ ਕਰਨ ਵਾਸਤੇ ਪਦਾਰਥ ਤੇ ਦਿੰਦਾ ਹੈ, ਪਰ ਉਹ ਕਲਪ ਬ੍ਰਿਸ਼ ਜਿਹੜਾ ਹੈ ਮੁਕਤੀ ਨਹੀਂ ਦੇ ਸਕਦਾ। ਮੁਕਤੀ ਤੋਂ ਉਹ ਵੀ ਅਸਮਰੱਥ ਹੈ। ਪਰ ਦੁਨੀਆ ਦੇ ਪਦਾਰਥ ਜੇ ਚਾਹੀਦੇ ਤੇ ਕਹਿਣ ਲੱਗੇ ਰੁੱਖ ਦੇ ਥੱਲੇ ਖੜਾ ਹੋ ਕੇ ਮੰਗੇਗਾ ਤੇ ਮਿਲ ਜਾਣਗੇ। ਪਰ ਹੁਣ ਕਿਹੜਾ ਉਸ ਰੁੱਖ ਦੀ ਪ੍ਰਾਪਤੀ ਕਰੇ? ਰੁੱਖ ਮਿਲੇ ਕਿਵੇਂ ਤੇ ਪਦਾਰਥ ਕਿਵੇਂ ਮਿਲੇ? ਕਹਿਣ ਲੱਗੇ ਵੀ ਇਹ ਗ੍ਰੰਥਾਂ ਵਿੱਚ ਲਿਖਿਆ, ਸ਼ਾਸਤਰਾਂ ਵਿੱਚ ਲਿਖਿਆ ਹੈ ਵੀ ਇੱਕ ਕਲਪ ਬ੍ਰਿਸ਼ ਨਾਮ ਦਾ ਰੁੱਖ ਹੈ ਸਵਰਗਾਂ ਵਿੱਚ ਜਿਹੜਾ ਮਨ ਦੀਆਂ ਕਲਪਨਾਵਾਂ ਪੂਰੀਆਂ ਕਰਦਾ। ਦੂਜਾ ਬਚਨ ਲਿਖਿਆ ਹੈ ਚਿੰਤਾ ਮਨ। ਇੱਕ ਮਣੀ ਹੈ, ਕਹਿਣ ਲੱਗੇ ਮਣੀ ਦਾ ਨਾਮ ਹੈ ਚਿੰਤਾਮਣੀ। ਤੇ ਚਿੰਤਾਮਣੀ ਦੇ ਕੋਲ ਜਿਹੜੀ ਚਿੰਤਾ ਪ੍ਰਗਟ ਕਰੀਏ ਨਾ ਵੀ ਮੈਨੂੰ ਆਹ ਚਿੰਤਾ ਹੈ, ਮੈਨੂੰ ਆਹ ਫਿਕਰ ਹੈ, ਤੇ ਉਹ ਚਿੰਤਾਮਣੀ ਉਸੇ ਵੇਲੇ ਪਦਾਰਥ ਦੇ ਦਿੰਦੀ ਹੈ, ਚਿੰਤਾ ਨੂੰ ਦੂਰ ਕਰ ਦਿੰਦੀ ਹੈ। ਮੰਨ ਲਓ ਵੀ ਮੇਰੇ ਕੋਲ ਧਨ ਨਹੀਂ ਹੈ, ਮੈਨੂੰ ਚਿੰਤਾ ਲੱਗੀ ਹੈ, ਮਣੀ ਨੂੰ ਜਾ ਕੇ ਦੱਸਿਆ ਵੀ ਇਹ ਮਣੀ ਮੇਰੇ ਕੋਲ ਧਨ ਨਹੀਂ, ਮੈਨੂੰ ਚਿੰਤਾ ਹੈ, ਤੇ ਉਹ ਝੱਟ ਧਨ ਦੇਵੇਗੀ, ਚਿੰਤਾ ਦੂਰ ਕਰੇਗੀ। ਤੇਰੇ ਮਨ ਦੇ ਦੱਸੇ ਗਏ ਸਵਾਲ ਨੂੰ, ਮੰਗੇ ਗਏ ਪਦਾਰਥ ਨੂੰ ਉਹ ਦੇਵੇਗੀ, ਤੇਰੀ ਚਿੰਤਾ ਨੂੰ ਦੂਰ ਕਰੇਗੀ, ਤਾਂ ਉਸ ਨੂੰ ਚਿੰਤਾਮਣੀ ਆਖਿਆ ਜਾਂਦਾ। ਮਨ ਦੀਆਂ ਚਿੰਤਾਵਾਂ ਦੂਰ ਕਰਨ ਵਾਲੀ ਇਹ ਚਿੰਤਾਮਣੀ ਵੀ ਕਹਿੰਦੇ ਦੇਵਤਿਆਂ ਦੇ ਕੋਲ ਹੀ ਹੈ, ਸਵਰਗਾਂ ਦੇ ਵਿੱਚ ਉਹਨਾਂ ਨੇ ਰੱਖੀ ਹੋਈ ਹੈ ਸਾਂਭ ਕੇ। ਤੇ ਤੀਜਾ ਬਚਨ ਮਹਾਰਾਜ ਕਹਿਣ ਲੱਗੇ ਕਾਮ ਧੇਨ। ਧੇਨ ਨਾਮ ਗੁਰਮੁਖੋ ਗਊ ਦਾ, ਤੇ ਕਾਮ ਨਾਮ ਜਿਹੜੀ ਕਾਮਨਾ ਪੂਰੀਆਂ ਕਰਦੀ। ਇਸ ਤਰ੍ਹਾਂ ਦੀ ਇਹ ਕਹਿਣ ਲੱਗੇ ਵੀ ਗਊ ਹੈ, ਗਊ ਦਾ ਨਾਮ ਹੀ ਕਾਮ ਧੇਨ ਗਊ ਹੈ। ਇਹ ਵੀ ਸਮੁੰਦਰ ਵਿੱਚੋਂ ਨਿਕਲੀ ਹੈ ਤੇ ਇਹ ਵੀ ਦੇਵਤਿਆਂ ਨੇ ਸਵਰਗਾਂ ਦੇ ਵਿੱਚ ਬੱਧੀ ਹੋਈ ਹੈ, ਆਪਣੇ ਕੋਲ ਰੱਖੀ ਹੋਈ ਹੈ। ਇਹ ਜਿਹੜੇ ਤਿੰਨ ਵਸਤੂਆਂ ਆਪਾਂ ਸਰਵਣ ਕੀਤੀਆਂ ਨੇ, ਇੱਕ ਤੇ ਕਲਪ ਬ੍ਰਿਸ਼, ਇੱਕ ਚਿੰਤਾਮਣੀ ਤੇ ਕਾਮ ਧੇਨ ਗਊ, ਇਹ ਸਾਰੇ ਮਨ ਦੇ ਪਦਾਰਥਾਂ ਨੂੰ, ਮਨੋ ਮੰਗੀ ਵਸਤੂ ਨੂੰ ਦੇਣ ਵਾਲੇ ਨੇ। ਪਰ ਜੇ ਨਹੀਂ ਦੇ ਸਕਦੇ ਤੇ ਮੁਕਤੀ ਨਹੀਂ ਦਿੰਦੇ, ਬਾਕੀ ਸਾਰਾ ਕੁਝ ਹੀ ਮਿਲ ਜਾਂਦਾ। ਸੁੱਖ ਮੰਗ ਲੈ, ਪਦਾਰਥ ਮੰਗ ਲੈ, ਘਰ ਬਾਹਰ ਮੰਗ ਲੈ, ਵਸਤੂਆਂ ਮੰਗ ਲੈ, ਪਦਾਰਥ ਮੰਗ ਲੈ, ਮਾਇਆ ਮੰਗ ਲੈ, ਸਾਰਾ ਕੁਝ ਹੀ ਦੇ ਦਿੰਦੇ। ਕਹਿਣ ਲੱਗੇ ਭਾਈ ਇਹ ਜਿਹੜੀ ਕਾਮ ਧੇਨ ਗਊ ਹੈ ਇਹ ਵੀ ਦੇਵਤਿਆਂ ਦੇ ਕੋਲ ਹੈ, ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੀ ਹੈ। ਪਰ ਕਈ ਵਾਰੀ ਕਾਮਨਾਵਾਂ ਪੂਰੀਆਂ ਕਰਦਾ ਕਰਦਾ ਮਨੁੱਖ ਮੁਸੀਬਤ ਵਿੱਚ ਪੈ ਜਾਂਦਾ। ਸ਼ਾਸਤਰਾਂ ਦੇ ਵਿੱਚ ਇੱਕ ਕਹਾਣੀ, ਇੱਕ ਕਥਾ ਲਿਖੀ ਹੈ, ਇੱਕ ਸਾਖੀ ਲਿਖੀ ਹੈ। ਕਹਿਣ ਲੱਗੇ ਸਹੰਸਰ ਬਾਹੂ ਨਾਮ ਦਾ ਇੱਕ ਰਾਜਾ ਹੋਇਆ ਪਹਿਲੇ ਸਮੇਂ ਵਿੱਚ, ਤੇ ਬੜੀ ਵੱਡੀ ਉਹਦੇ ਕੋਲ ਫੌਜ ਹੈ। ਜਿੱਧਰ ਨੂੰ ਜਾਂਦਾ ਉਹਦੀਆਂ ਫੌਜਾਂ ਜਿੱਤ ਜਾਂਦੀਆਂ, ਕਿਉਂਕਿ ਫੌਜ ਵੱਡੀ ਹੈ, ਅਸਲਾ ਬਰੂਦ ਬਹੁਤ ਹੈ, ਸ਼ਾਸਤਰ ਬਹੁਤ ਨੇ ਕੋਲ, ਤੇ ਜਿੱਤਣਾ ਸੁਭਾਵਿਕ ਹੀ ਹੈ। ਪਰ ਇਸੇ ਰਾਜੇ ਦਾ ਇੱਕ ਸਾਂਢੂ ਹੈ, ਕਹਿਣ ਲੱਗੇ ਉਹ ਰਿਖੀ ਹੈ, ਜੰਗਲ ਵਿੱਚ ਰਹਿੰਦਾ, ਨਾਮ ਉਹਦਾ ਜਮਦਗਨੀ ਰਿਖੀ ਹੈ। ਉਹ ਜੰਗਲ ਵਿੱਚ ਰਹਿੰਦਾ, ਉਹ ਤਪ ਕਰਦਾ ਹੈ। ਦੋਨੇ ਸਾਂਢੂ, ਇੱਕ ਰਾਜਾ ਹੈ, ਇੱਕ ਫਕੀਰ ਹੈ। ਇੱਕ ਰਾਜਾ ਹੈ ਤੇ ਇੱਕ ਸੰਤ ਹੈ। ਇੱਕ ਰਾਜ ਭਾਗ ਦਾ ਮਾਲਕ ਹੈ, ਫੌਜਾਂ ਖਜ਼ਾਨੇ ਤੇ ਧਨ ਕੋਲ ਹੈ। ਇੱਕ ਵਿਚਾਰਾ ਜੰਗਲ ਵਿੱਚ ਰਹਿ ਕੇ ਕੱਖਾਂ ਦੀ ਕੁਟੀਆ ਬਣਾ ਕੇ, ਛੱਪਰੀ ਬਣਾ ਕੇ, ਤੇ ਕੱਖਾਂ ਦੇ ਛੱਪਰ ਵਿੱਚ ਰਹਿੰਦਾ। ਵਿਆਹੇ ਦੋਨੇ ਇੱਕੇ ਘਰੇ ਨੇ, ਪਰ ਇੱਕ ਰਾਜ ਭਾਗ ਦਾ ਮਾਲਕ ਹੈ ਤੇ ਇੱਕ ਕੱਖਾਂ ਦੀ ਛੰਨ ਦਾ ਮਾਲਕ ਹੈ।
ਕੁਝ ਸਮਾਂ ਲੰਘਿਆ। ਰਿਖੀ ਦੀ ਘਰਵਾਲੀ ਜਿਹੜੀ ਹੈ ਨਾ, ਜਮਦਗਨੀ ਰਿਖੀ ਦੀ ਘਰਵਾਲੀ ਦੇ ਮਨ ਵਿੱਚ ਇਹ ਵਿਚਾਰ ਆ ਗਿਆ ਕਿ ਮੇਰੀ ਭੈਣ ਇੱਕ ਰਾਣੀ ਹੈ ਜਿਹੜੀ ਰਾਜੇ ਨਾਲ ਵਿਆਹੀ ਹੈ, ਕਿਉਂ ਨਾ ਹੋਵੇ ਮੈਂ ਉਹਨੂੰ ਮਿਲ ਆਵਾਂ। ਹੁਣ ਭਾਵੇਂ ਇੱਕ ਅਮੀਰ ਹੈ ਤੇ ਦੂਜਾ ਗਰੀਬ ਹੈ, ਪਰ ਰਿਸ਼ਤਾ ਤੇ ਭੈਣਾਂ ਭੈਣਾਂ ਦਾ ਬਣਿਆ ਬਰਕਰਾਰ ਰਹੇਗਾ ਨਾ। ਉਹ ਜਿਹੜਾ ਮੋਹ ਹੈ, ਪਿਆਰ ਹੈ, ਉਹ ਖਤਮ ਨਹੀਂ ਹੋਵੇਗਾ, ਉਹ ਬਣਿਆ ਹੀ ਰਹੇਗਾ। ਤੇ ਰਿਖੀ ਦੀ ਘਰਵਾਲੀ ਨੇ ਰਿਖੀ ਨੂੰ ਉਸ ਵੇਲੇ ਪੁੱਛਿਆ, ਕਹਿਣ ਲੱਗੀ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਆਪਣੀ ਭੈਣ ਜਿਹੜੀ ਰਾਣੀ ਹੈ, ਰਾਜੇ ਨਾਲ ਵਿਆਹੀ ਹੋਈ ਹੈ, ਉਹਨੂੰ ਮਿਲ ਆਵਾਂ, ਉਹਦਾ ਸੁੱਖ ਸ਼ਾਂਤ ਪੁੱਛ ਆਵਾਂ, ਆਪਣੀ ਸੁੱਖ ਸਾਂਦ ਉਹਨੂੰ ਦੱਸ ਆਵਾਂ। ਰਿਖੀ ਜਿਹੜਾ ਤ੍ਰਿਕਾਲਦਰਸ਼ੀ ਹੈ, ਲੰਮੇ ਸਮੇਂ ਨੂੰ ਜਾਣਨ ਵਾਲਾ, ਉਹਨੇ ਆਖਿਆ ਵੀ ਜਾਣ ਦਾ ਫਾਇਦਾ ਕੋਈ ਨਹੀਂ ਹੈ। ਆਪਾਂ ਆ ਰਿਖੀ ਲੋਕ, ਜੰਗਲਾਂ ਵਿੱਚ ਰਹਿਣ ਵਾਲੇ, ਕੱਖਾਂ ਦੀ ਛੰਨ ਬਣਾ ਕੇ ਮਸਾਂ ਮਸਾਂ ਗੁਜ਼ਾਰਾ ਕਰਦੇ, ਤੇ ਭੈਣ ਤੇਰੀ ਰਾਜੇ ਨਾਲ ਵਿਆਹੀ ਹੋਈ ਹੈ। ਰਾਜਿਆਂ ਦਾ ਤੇ ਫਕੀਰਾਂ ਦਾ ਮੇਲ ਕੋਈ ਨਹੀਂ ਹੁੰਦਾ, ਉਹ ਵੱਡੇ ਲੋਕ ਨੇ, ਆਪਾਂ ਗੁਜ਼ਾਰਾ ਕਰਨ ਵਾਲੇ ਆ, ਜਾਣ ਦਾ ਲਾਭ ਕੋਈ ਨਹੀਂ ਹੈ। ਪਰ ਜੇ ਤੂੰ ਜਾਣਾ ਚਾਹੁੰਦੀ ਹੈ ਤਾਂ ਮੈਂ ਰੋਕਦਾ ਨਹੀਂ, ਤੁਹਾਡਾ ਖੂਨ ਦਾ ਰਿਸ਼ਤਾ ਜੇ ਮਿਲਣਾ ਚਾਹੁੰਦੀ ਹੈ ਤੇ ਮਿਲਿਆ, ਪਰ ਇਹਦੇ ਵਿੱਚ ਲਾਭ ਕੋਈ ਨਹੀਂ ਹੋਣਾ। ਚੱਲ ਪਈ, ਕਹਿਣ ਲੱਗੀ ਵੀ ਨਹੀਂ, ਮਿਲਣ ਦਾ ਹੁਕਮ ਤੇ ਦਿਓ, ਮੈਂ ਮਿਲ ਕੇ ਆ ਜਾਵਾਂਗੀ, ਬਹੁਤਾ ਸਮਾਂ ਨਹੀਂ ਰੁਕਾਂਗੀ। ਚਲੇਗੀ, ਜਾ ਕੇ ਆਪਣੀ ਭੈਣ ਜਿਹੜੀ ਰਾਣੀ ਹੈ ਨਾ, ਜਾ ਕੇ ਮਿਲੀ ਹੈ, ਇੱਕ ਦੂਜੇ ਨੂੰ ਸੁੱਖ ਸਾਂਦ ਪੁੱਛਿਆ ਗਿਆ, ਗੱਲਬਾਤ ਕੀਤੀ ਗਈ। ਹੁਣ ਜਿਹੜੀ ਰਾਣੀ ਭੈਣ ਹੈ ਉਹ ਵੀ ਬੜੀ ਖੁਸ਼ ਹੋਈ ਵੀ ਮੇਰੀ ਭੈਣ ਆਈ ਹੈ ਮੈਨੂੰ ਮਿਲਣ ਵਾਸਤੇ, ਉਹ ਵੀ ਖੁਸ਼ੀ ਦੇ ਨਾਲ ਮਿਲੀ ਹੈ, ਚੰਗੇ ਤਰੀਕੇ ਨਾਲ ਸੇਵਾ ਕੀਤੀ। ਉਸ ਰਾਣੀ ਨੇ ਆਪਣੇ ਘਰ ਵਾਲੇ ਨੂੰ ਦੱਸਿਆ, ਰਾਜੇ ਨੂੰ ਦੱਸਿਆ, ਸਹੰਸਰ ਬਾਹੂ ਨੂੰ, ਵੀ ਮੇਰੀ ਭੈਣ ਆਈ ਹੈ ਮੈਨੂੰ ਮਿਲਣ ਵਾਸਤੇ। ਦੱਸਿਆ ਤੇ ਖੁਸ਼ ਹੋ ਗਏ, ਪਰ ਰਾਜਾ ਜਿਹੜਾ ਸੀ ਉਹਨੇ ਅੱਗੋਂ ਮਿਹਣਾ ਦੇ ਦਿੱਤਾ, ਕਹਿਣ ਲੱਗਾ ਕੀ ਕਰੀਏ, ਜੇ ਤੇਰੀ ਭੈਣ ਆਈ ਹੈ, ਇਹਨਾਂ ਨੇ ਕਿਹੜਾ ਮੈਨੂੰ ਲੰਗਰ ਰੋਟੀ ਖਵਾਉਣੀ ਹੈ, ਕਿਹੜਾ ਮੇਰੀਆਂ ਫੌਜਾਂ ਦਾ ਇਹਨਾਂ ਨੇ ਲੰਗਰ ਕਰ ਦੇਣਾ। ਹੁਣ ਕਹੀ ਤੇ ਗੱਲ ਮਖੌਲ ਦੇ ਵਿੱਚ ਵੀ ਇਹ ਲੋਕ ਨੇ ਗਰੀਬ ਛੱਪਰ ਵਿੱਚ ਰਹਿਣ ਵਾਲੇ, ਕੱਖਾਂ ਦੀ ਛੰਨ ਵਿੱਚ ਰਹਿਣ ਵਾਲੇ, ਮੈਂ ਐਡਾ ਵੱਡਾ ਰਾਜਾ, ਮੇਰੇ ਕੋਲ ਐਡੀ ਵੱਡੀ ਫੌਜ, ਮੇਰਾ ਤੇ ਰੋਜ਼ ਦਾ ਖਰਚਾ ਹੀ ਇੰਨਾ ਵੀ ਇਹ ਇੱਕ ਦਿਨ ਨਹੀਂ ਚੁੱਕ ਸਕਦੇ। ਵਿਖਾਇਆ ਤੇ ਉਹਨੇ ਇਹ ਵੀ ਮੇਰੇ ਇੱਕ ਦਿਨ ਦਾ ਖਰਚਾ ਇਹ ਨਹੀਂ ਚੁੱਕ ਸਕਦੇ, ਮੈਂ ਐਡਾ ਵੱਡਾ ਹਾਂ, ਇੰਨੀ ਮੇਰੀ ਆਮਦਨ ਤੇ ਇੰਨਾ ਮੇਰਾ ਖਰਚਾ ਹੈ। ਇਹ ਕੱਖਾਂ ਦੀ ਛੰਨ ਵਿੱਚ ਰਹਿਣ ਵਾਲੇ ਕਿੱਥੋਂ ਮੇਰੇ ਨਾਲ ਮੁਕਾਬਲਾ ਕਰ ਲੈਣਗੇ। ਜਦੋਂ ਇਹ ਗੱਲ ਕਹੀ, ਭਾਵੇਂ ਹਾਸੇ ਨਾਲ ਕਹੀ, ਪਰ ਹੈ ਤੇ ਮਿਹਣਾ ਨਾ। ਜਦੋਂ ਮਿਹਣਾ ਸੁਣਿਆ ਤੇ ਮਨ ਵਿੱਚ ਗੁੱਸਾ ਆਇਆ, ਅਸੀਂ ਇਹਨਾਂ ਦੇ ਘਰੇ ਮਿਲਣ ਆਇਆ, ਇਹਨਾਂ ਨੇ ਸਾਨੂੰ ਮਿਹਣਾ ਦੇ ਦਿੱਤਾ। ਚਲੋ ਭੈਣਾਂ ਆਪਸ ਵਿੱਚ ਮਿਲੀਆਂ, ਰਿਖੀ ਦੀ ਘਰਵਾਲੀ ਵਾਪਸ ਆ ਗਈ। ਉਹਨੇ ਆ ਕੇ ਰਿਖੀ ਨੂੰ ਦੱਸਿਆ, ਜਮਦਗਨੀ ਨੂੰ, ਕਹਿਣ ਲੱਗੀ ਵੀ ਮੇਰੇ ਭੈਣ ਦੇ ਘਰ ਵਾਲੇ ਨੇ, ਰਾਜੇ ਨੇ ਮਿਹਣਾ ਮਾਰਿਆ ਵੀ ਜੇ ਭੈਣ ਆਈ ਹੈ ਤੇ ਕੀ ਕਰੀਏ, ਇਹਨਾਂ ਨੇ ਕਿਹੜਾ ਸਾਡੀ ਫੌਜ ਦਾ ਲੰਗਰ ਕਰ ਦੇਣਾ। ਤੇ ਰਿਖੀ ਨੇ ਆਖਿਆ, ਕਹਿਣ ਲੱਗਾ ਮੈਂ ਪਹਿਲਾਂ ਹੀ ਕਿਹਾ ਸੀ ਵੀ ਰਾਜਿਆਂ ਦਾ ਤੇ ਫਕੀਰਾਂ ਦਾ ਕਦੇ ਮੇਲ ਨਹੀਂ ਹੁੰਦਾ, ਤੇ ਤੂੰ ਨਾ ਜਾ, ਪਰ ਤੁਸੀਂ ਵਜ੍ਹਾ ਨਹੀਂ ਨਾ ਮੰਨਿਆ, ਆਪਣੀ ਮਰਜ਼ੀ ਨਾਲ ਗਏ ਹੋ, ਤੇ ਫਿਰ ਮਿਹਣਾ ਤੇ ਵੱਜਣਾ ਹੀ ਸੀ। ਜੇ ਮਿਹਣਾ ਵੱਜਿਆ ਤੇ ਮਿਹਣਾ ਸਹਾਰਨਾ ਵੀ ਪਵੇਗਾ। ਪਰ ਇਸਤਰੀ ਕਹਿਣ ਲੱਗੀ ਵੀ ਨਹੀਂ, ਮਿਹਣਾ ਨਾ ਵੱਜਦਾ ਤੇ ਠੀਕ ਹੈ, ਪਰ ਜਿਹੜਾ ਵੱਜਿਆ ਨਾ ਉਹ ਨਹੀਂ ਸਹਾਰਿਆ ਜਾਂਦਾ। ਆਪਾਂ ਜਿਵੇਂ ਕਿਵੇਂ ਕਰੀਏ, ਇੱਕ ਵਾਰੀ ਇਹਨਾਂ ਦੀ ਸਾਰੀ ਫੌਜ ਦਾ ਲੰਗਰ ਕਰੀਏ, ਇਹਨਾਂ ਦਾ ਮਾਣ ਤੋੜੀਏ ਵੀ ਅਸੀਂ ਐਵੇਂ ਨਹੀਂ ਤੁਰੇ ਫਿਰਦੇ, ਸਾਡੇ ਕੋਲ ਵੀ ਬੜੀਆਂ ਬਰਕਤਾਂ ਨੇ, ਬੜੇ ਮੰਤਰ ਅਸੀਂ ਸਿੱਧ ਕੀਤੇ ਹੋਏ। ਹੁਣ ਰਿਖੀ ਦੀ ਘਰਵਾਲੀ ਜਦੋਂ ਵਾਰ-ਵਾਰ ਕਹਿੰਦੀ ਹੈ ਤੇ ਰਿਖੀ ਵੀ ਮੰਨ ਹੀ ਗਿਆ, ਜਮਦਗਨੀ ਜੀ ਮੰਨ ਹੀ ਗਏ, ਕਹਿਣ ਲੱਗੇ ਚੱਲ ਠੀਕ ਹੈ, ਆਪਣੀ ਭੈਣ ਨੂੰ ਸੁਨੇਹਾ ਭੇਜਦੇ ਵੀ ਆਪਣੇ ਘਰ ਵਾਲੇ ਨੂੰ ਕਹੋ ਵੀ ਸਾਰੀ ਫੌਜ ਦੇ ਸਮੇਤ ਹੀ ਆਵੇ, ਜਿਹੋ ਜਿਹਾ ਪਕਵਾਨ ਮੰਗੇਗਾ ਮੈਂ ਉਹੋ ਜਿਹਾ ਹੀ ਤਿਆਰ ਕਰਕੇ ਦੇਵਾਂਗਾ। ਸੁਨੇਹਾ ਪਹੁੰਚ ਗਿਆ, ਰਾਜਾ ਵੀ ਉੱਧਰੋਂ ਆਪਣੀ ਸਾਰੀ ਫੌਜ ਲੈ ਕੇ, ਹਾਥੀ ਘੋੜੇ ਲੈ ਕੇ, ਸਿਪਾਹੀ ਲੈ ਕੇ। ਰਾਜੇ ਦੇ ਮਨ ਵਿੱਚ ਇਹ ਹੈ ਵੀ ਇਹ ਫਕੀਰਾਂ ਨੇ ਕਹਿ ਤੇ ਦਿੱਤਾ, ਪਰ ਮੇਰੀ ਐਡੀ ਵੱਡੀ ਫੌਜ ਦਾ ਹਜ਼ਾਰਾਂ ਦੇ ਵਿੱਚ ਰੋਜ਼ ਦਾ ਖਰਚਾ ਕਿੱਥੋਂ ਪੂਰਾ ਕਰਨਗੇ। ਜਿੰਨੀ ਕੁ ਇਹਨਾਂ ਨੇ ਜੋੜਿਆ ਹੋਣਾ ਧਨ ਪਦਾਰਥ, ਉਹ ਤੇ ਮੇਰਾ ਹਾਥੀਆਂ ਦੀ ਖੁਰਾਕ ਨਹੀਂ ਪੂਰੀ ਹੋਣੀ, ਬੰਦਿਆਂ ਦੀ ਕਿਵੇਂ ਕਰਨਗੇ। ਕਹਿਣ ਲੱਗੇ ਰਾਜਾ ਆਪਣੀ ਵੱਡੀ ਫੌਜ ਲੈ ਕੇ ਪਹੁੰਚ ਗਿਆ। ਜਮਦਗਨੀ ਰਿਖੀ ਨੇ ਕਹਿਣ ਲੱਗੇ ਮੰਤਰ ਪੜ੍ਹਿਆ ਤੇ ਸਵਰਗਾਂ ਦੇ ਵਿੱਚੋਂ ਕਹਿਣ ਲੱਗੇ ਕਾਮਧੇਨ ਗਊ ਨੂੰ ਸੱਦਿਆ ਵੀ ਥੱਲੇ ਆਓ ਤੇ ਮੇਰੀ ਇੱਛਾ ਪੂਰੀ ਕਰੋ। ਗਊ ਕਹਿਣ ਲੱਗੇ ਸਵਰਗਾਂ ਵਿੱਚੋਂ ਥੱਲੇ ਆਈ। ਉਸਨੇ ਪੁੱਛਿਆ ਰਾਜਨ ਰਿਖੀ ਜੀ ਕੀ ਚਾਹੀਦਾ, ਤੇ ਰਿਖੀ ਕਹਿਣ ਲੱਗਾ ਵੀ ਚਾਹੀਦਾ ਇਹ ਹੈ ਵੀ ਮੇਰਾ ਸਾਂਢੂ ਆ ਗਿਆ ਫੌਜ ਲੈ ਕੇ ਮੇਰੇ ਦਰ 'ਤੇ, ਇਹ ਜਿਹੋ ਜਿਹੇ ਪਦਾਰਥ ਮੰਗਦਾ ਨਾ ਫੌਜਾਂ ਦੇ ਖਾਣ ਵਾਸਤੇ, ਉਹੋ ਜਿਹੇ ਪਦਾਰਥ ਜਿਹੜੇ ਨੇ ਉਹ ਪੈਦਾ ਕੀਤੇ ਜਾਣ, ਤੇ ਸਾਰੀ ਫੌਜ ਨੂੰ ਅੰਨ ਭੰਡਾਰਾ ਜਿਹੜਾ ਨਾ ਅਟੁੱਟ ਛਕਾਇਆ ਜਾਵੇ, ਮੁੱਕੇ ਨਾ।
ਜਦੋਂ ਇਹ ਬਚਨ ਕੀਤਾ ਤੇ ਉਹ ਜਿਹੜੀ ਗਊ ਸੀ ਨਾ, ਇੱਕ ਛੱਪਰ ਵਿੱਚ, ਕੁਟੀਆ ਵਿੱਚ, ਛੰਨ ਦੇ ਵਿੱਚ ਅੰਦਰ ਬੰਨ੍ਹ ਦਿੱਤੀ। ਤੇ ਉਸ ਗਊ ਨੇ ਕਹਿਣ ਲੱਗੇ ਵੀ ਕੁਝ ਸੇਵਾਦਾਰ ਪਹਿਲਾਂ ਪੈਦਾ ਕੀਤੇ, ਤੇ ਜਿਹੜੇ ਜਿਹੜੇ ਪਦਾਰਥ ਰਾਜੇ ਦੀ ਫੌਜ ਮੰਗਦੀ ਹੈ, ਬਣੇ ਬਣਾਏ ਪਦਾਰਥ ਪ੍ਰਗਟ ਹੁੰਦੇ ਪਏ ਤੇ ਰਾਜੇ ਦੀ ਫੌਜ ਨੂੰ ਵਰਤਾਏ ਜਾ ਰਹੇ। ਸਾਰੀ ਫੌਜ ਖਾ ਖਾ ਕੇ ਬੜੀ ਖੁਸ਼ ਹੈ, ਬੜੀ ਪ੍ਰਸੰਨ ਹੈ ਵੀ ਇੰਨੇ ਸਵਾਦਿਸ਼ਟ ਭੋਜਨ ਤੇ ਕਦੇ ਰਾਜੇ ਕੋਲੋਂ ਨਹੀਂ ਮਿਲੇ, ਜਿਹੜੇ ਆ ਜੰਗਲ ਵਿੱਚੋਂ ਰਿਖੀ ਕੋਲੋਂ ਮਿਲ ਗਏ। ਜਦੋਂ ਫੌਜਾਂ ਨੇ ਵਾਹ ਵਾਹ ਕੀਤੀ ਤੇ ਰਾਜੇ ਦੇ ਮਨ ਵਿੱਚ ਈਰਖਾ ਆ ਗਈ ਵੀ ਮੈਂ ਤੇ ਰੋਜ਼ ਇਹਨਾਂ ਨੂੰ ਛਕਣ ਵਾਸਤੇ ਦਿੰਦਾ, ਕਦੇ ਮੇਰਾ ਪਦਾਰਥ ਖਾ ਕੇ ਤੇ ਇਹਨਾਂ ਨੇ ਇੰਨੀ ਜੈ ਜੈਕਾਰ ਨਹੀਂ ਕੀਤੀ ਹੈ, ਇਹਨਾਂ ਰਿਖੀਆਂ ਦੇ ਫਕੀਰਾਂ ਦਾ ਪਦਾਰਥ ਖਾ ਕੇ ਬੜੀ ਜੈ ਜੈਕਾਰ ਕਰਦੇ। ਔਰ ਬੜਾ ਹੈਰਾਨ ਹੈ ਵੀ ਐਸੇ ਸਵਾਦਿਸ਼ਟ ਭੋਜਨ ਬਣਦੇ ਕਿੱਥੇ ਪਏ। ਜਦੋਂ ਆਪਣੇ ਸਿਵਰ ਦੇ ਵਿੱਚੋਂ ਬਾਹਰ ਨਿਕਲ ਕੇ ਵੇਖਿਆ ਨਾ, ਤੇ ਹੈਰਾਨ ਹੈ ਵੀ ਹਲਵਾਈ ਕੋਈ ਨਹੀਂ ਬੈਠਾ ਹੈ, ਲਾਂਗਰੀ ਕੋਈ ਨਹੀਂ ਬੈਠਾ, ਬਣਾਉਣ ਵਾਲਾ ਕੋਈ ਲੋਹ ਨਹੀਂ ਹੈ, ਕੋਈ ਚੁੱਲ੍ਹਾ ਨਹੀਂ ਹੈ। ਇੰਨੀ ਵੱਡੀ ਫੌਜ ਦਾ ਭੰਡਾਰਾ ਕਰਨਾ, ਇਹਨਾਂ ਨੂੰ ਤੇ ਕਾਫੀ ਜਗ੍ਹਾ ਦੇ ਉੱਪਰ ਹਲਵਾਈ ਬੈਠੇ ਹੋਣੇ ਚਾਹੀਦੇ ਸਨ, ਪਦਾਰਥ ਬਣਾਉਣ ਵਾਲੇ। ਬਣਾਉਣ ਵਾਲਾ ਤੇ ਦੀਦਾ ਹੀ ਕੋਈ ਨਹੀਂ ਹੈ। ਲੱਭਣ ਲੱਗ ਪਿਆ ਵੀ ਬਣਦਾ ਕਿੱਥੇ ਪਿਆ। ਲੱਭਦਿਆਂ ਲੱਭਦਿਆਂ ਉਸ ਵੇਲੇ ਪੁੱਛ ਲਿਆ ਰਿਖੀ ਨੂੰ, ਕਹਿਣ ਲੱਗੇ ਜੀ ਪਦਾਰਥ ਕਿੱਥੋਂ ਆ ਰਿਹਾ? ਤੇ ਰਿਖੀ ਨੇ ਦੱਸਿਆ, ਕਹਿਣ ਲੱਗੇ ਸਵਰਗਾਂ ਤੋਂ ਕਾਮਧੇਨ ਗਊ ਮੰਗਾਈ ਹੈ, ਅਸੀਂ ਉਹਨੂੰ ਆਖਿਆ ਵੀ ਆਹ ਪਦਾਰਥ ਚਾਹੀਦੇ, ਉਹ ਸਾਨੂੰ ਬਣੇ ਬਣਾਏ ਭੇਟ ਕਰਦੀ ਪਈ ਹੈ। ਰਾਜਾ ਖਹਿੜੇ ਪੈ ਗਿਆ, ਕਹਿਣ ਲੱਗਾ ਵੀ ਹੁਣ ਗਾਂ ਮੈਨੂੰ ਦਿਖਾਈ ਜਾਵੇ, ਮੈਂ ਵੇਖਣੀ ਹੈ ਵੀ ਉਹ ਕਿਹੜੀ ਇਹੋ ਜਿਹੀ ਗਊ ਹੈ ਮੂੰਹੋਂ ਮੰਗੇ ਪਦਾਰਥ ਦਿੰਦੀ ਹੈ। ਰਿਖੀ ਨੇ ਜਾ ਕੇ ਜਦੋਂ ਗਊ ਨੂੰ ਦਿਖਾਇਆ, ਕਹਿਣ ਲੱਗੇ ਵਾਕਿਆ ਹੀ ਬਣੇ ਬਣਾਏ ਪਦਾਰਥ ਪ੍ਰਗਟ ਹੁੰਦੇ ਪਏ ਤੇ ਸੇਵਕ ਚੁੱਕ ਚੁੱਕ ਕੇ ਅੱਗੇ ਵਰਤਾਉਂਦੇ ਪਏ। ਹੁਣ ਰਾਜੇ ਦੇ ਮਨ ਵਿੱਚ ਲਾਲਸਾ ਆ ਗਈ, ਮੈਂ ਜਦੋਂ ਕਿਤੇ ਫੌਜ ਲੈ ਕੇ ਜਾਂਦਾ ਮੈਨੂੰ ਇੰਨਾ ਨਾਲ ਰਾਸ਼ਨ ਚੁੱਕ ਕੇ ਲਿਜਾਣਾ ਪੈਂਦਾ, ਨਾਲ ਹਲਵਾਈ ਬਣਾਉਣ ਵਾਲੇ ਲਿਜਾਣੇ ਪੈਂਦੇ, ਕਿਉਂ ਨਾ ਹੋਵੇ ਇਹਨਾਂ ਕੋਲੋਂ ਗਊ ਹੀ ਮੈਂ ਲੈ ਲਵਾਂ ਤੇ ਰੋਜ਼ ਜਿੱਥੇ ਮੇਰੀ ਫੌਜ ਬੈਠਿਆ ਕਰੇਗੀ ਮੈਂ ਗਾਂ ਨੂੰ ਕਹਿ ਛੱਡਿਆ ਕਰਾਂਗਾ ਵੀ ਲਿਆ ਇੰਨੇ ਪਦਾਰਥ, ਆਪਣੇ ਆਪ ਹੀ ਮਿਲ ਜਾਣੇ ਕਰਨੇ, ਮੇਰਾ ਤੇ ਖਰਚਾ ਖਤਮ ਹੋ ਜਾਏਗਾ। ਇਹ ਮਨ ਵਿੱਚ ਸੋਚ ਕੇ ਤੇ ਗਾਂ ਦੀ ਮੰਗ ਕਰ ਲਈ। ਪਰ ਰਿਖੀ ਜੀ ਕਹਿਣ ਲੱਗੇ ਵੀ ਇਹ ਵਸਤੂ ਤੇ ਉਧਾਰੀ ਹੈ, ਮੈਂ ਤੇ ਆਪ ਮੰਗ ਕੇ ਲਈ ਹੈ, ਤੇ ਮੰਗੀ ਵਸਤੂ ਮੈਂ ਤੈਨੂੰ ਕਿਵੇਂ ਦਿਆਂ? ਮੇਰੀ ਆਪਣੀ ਹੋਵੇ ਤੇ ਦੇ ਦੇਵਾਂ, ਮੈਂ ਤੇ ਆਪ ਦੇਵਤਿਆਂ ਕੋਲੋਂ ਮੰਗ ਕੇ ਲਿਆਂਦੀ ਹੈ ਇੱਕ ਦਿਨ ਵਾਸਤੇ, ਤੈਨੂੰ ਦਿੱਤੀ ਨਹੀਂ ਜਾ ਸਕਦੀ। ਜਦੋਂ ਇਹ ਗੱਲ ਕਹੀ ਤੇ ਰਾਜਾ ਹੈ ਨਾ ਫੌਜਾਂ ਉਹਦੇ ਕੋਲ, ਤੇ ਮਾਣ ਹੈ, ਮੈਂ ਤਾਕਤ ਵਾਲਾ, ਕਹਿਣ ਲੱਗਾ ਜੇ ਤੂੰ ਨਹੀਂ ਦੇਵੇਂਗਾ ਤੇ ਮੈਂ ਧੱਕੇ ਨਾਲ ਲੈ ਜਾਵਾਂਗਾ, ਮੇਰੇ ਕੋਲ ਫੌਜ ਹੈ। ਆਪਣੀ ਫੌਜ ਨੂੰ ਹੁਕਮ ਕੀਤਾ, ਕਹਿਣ ਲੱਗਾ ਗਾਂ ਜਿਹੜੀ ਹੈ ਨਾ ਨਾਲ ਲੈ ਚਲੋ, ਆਪਾਂ ਪੱਕਾ ਹੀ ਆਪਣੀ ਬਣ ਗਈ, ਕਬਜ਼ਾ ਕਰ ਲਈਏ। ਰਿਖੀ ਨੇ ਵੇਖਿਆ ਵੀ ਮੈਂ ਤੇ ਉਧਾਰੀ ਦਾਤ ਮੰਗ ਕੇ ਲਿਆਇਆ, ਇਹ ਤੇ ਖੋਹ ਕੇ ਲੈ ਚੱਲੇ। ਰਿਖੀ ਨੇ ਮੰਤਰ ਪੜ੍ਹਿਆ ਅਤੇ ਗਊ ਨੂੰ ਆਖਿਆ ਵੀ ਜਿੱਥੋਂ ਤੂੰ ਆਈ ਹੈ ਉਧਰ ਨੂੰ ਜਾ, ਇਹਨਾਂ ਦੇ ਵੱਸ ਨਹੀਂ ਪੈਣਾ ਹੈ, ਤੂੰ ਅਮਾਨਤ ਦੇਵਤਿਆਂ ਦੀਆਂ, ਦੇਵਤਿਆਂ ਕੋਲ ਪਹੁੰਚ। ਤੇ ਕਹਿਣ ਲੱਗੇ ਉਹ ਗਊ ਜਿਹੜੀ ਸੀ ਨਾ ਆਕਾਸ਼ ਨੂੰ ਚੱਲ ਪਈ, ਮੰਤਰ ਪੜ੍ਹਨ ਦੇ ਨਾਲ, ਰਿਖੀ ਦਾ ਹੁਕਮ ਹੋਣ ਦੇ ਨਾਲ। ਜਦੋਂ ਆਕਾਸ਼ ਨੂੰ ਚੱਲੀ ਹੈ ਤੇ ਸ਼ਾਸਤਰਕਾਰਾਂ ਨੇ ਬਚਨ ਲਿਖਿਆ ਵੀ ਰਾਜੇ ਨੇ ਨਾ ਗੁੱਸੇ ਵਿੱਚ ਆ ਕੇ ਫਿਰ ਤੀਰ ਚਲਾਇਆ, ਜਿਹੜਾ ਤੀਰ ਉਹਦੇ ਪੈਰ ਵਿੱਚ ਜਾ ਕੇ ਲੱਗਾ, ਖੁਰ ਦੇ ਵਿੱਚ ਜਾ ਕੇ ਤੀਰ ਲੱਗਾ, ਉਹਦੇ ਵਿੱਚੋਂ ਕੁਝ ਰਤ ਜਿਹੜਾ ਸੀ ਉਹ ਧਰਤੀ ਤੇ ਡੁੱਲਿਆ। ਇਸ ਤਰ੍ਹਾਂ ਕਹਿਣ ਲੱਗੇ ਜਦੋਂ ਉਹ ਗਊ ਉੱਡੀ ਨਾ ਆਕਾਸ਼ ਨੂੰ, ਤੇ ਰਾਜੇ ਨੂੰ ਗੁੱਸਾ ਆ ਗਿਆ ਵੀ ਇਹਨਾਂ ਨੇ ਮੈਨੂੰ ਗਾਂ ਨਹੀਂ ਦਿੱਤੀ ਹੈ, ਸਗੋਂ ਗਾਂ ਨੂੰ ਪਾਸੇ ਕਿਤੇ ਤੋਰ ਦਿੱਤਾ ਹੈ। ਰਾਜੇ ਨੇ ਤਲਵਾਰ ਕੱਢ ਕੇ ਤੇ ਆਪਣੇ ਸਕੇ ਸਾਂਢੂ ਨੂੰ ਮਾਰ ਹੀ ਦਿੱਤਾ, ਰਿਖੀ ਨੂੰ ਕਤਲ ਕਰ ਦਿੱਤਾ। ਫੌਜਾਂ ਨੂੰ ਹੁਕਮ ਦੇ ਕੇ ਕਹਿਣ ਲੱਗਾ ਵੀ ਰਿਖੀ ਨੂੰ ਕਤਲ ਕਰ ਦਿਓ, ਮੇਰੇ ਲੋੜ ਪੈਣ ਤੇ ਮੇਰੇ ਕੰਮ ਨਹੀਂ ਆਇਆ। ਹੁਣ ਰਿਖੀ ਜੀ ਤੇ ਪਹਿਲਾਂ ਹੀ ਕਹਿ ਰਹੇ ਸਨ ਵੀ ਰਾਜਿਆਂ ਦਾ ਤੇ ਫਕੀਰਾਂ ਦਾ ਕਦੇ ਮੇਲ ਨਹੀਂ ਹੁੰਦਾ, ਆਪਾਂ ਨਾ ਮਿਲੀਏ। ਪਰ ਉਹਦੀ ਪਤਨੀ ਕਹਿਣ ਲੱਗੀ ਵੀ ਨਹੀਂ, ਮਿਲਣਾ ਜ਼ਰੂਰੀ ਹੈ। ਜੇ ਮਿਲੇ ਆਪਸ ਵਿੱਚ ਕਲੇਸ਼ ਬਣਿਆ, ਜੰਗ ਬਣਿਆ, ਤੇ ਜੰਗ ਦੇ ਵਿੱਚ ਰਿਖੀ ਵਿਚਾਰਾ ਮਰ ਗਿਆ। ਰਿਖੀ ਮਰਿਆ ਤੇ ਰਿਖੀ ਦੀ ਘਰਵਾਲੀ ਬੜਾ ਰੋਈ ਹੈ, ਆਪਣੇ ਪਤੀ ਦੇ ਮਰੇ ਦਾ ਸੁਣ ਕੇ ਆਪਣੇ ਆਪ ਨੂੰ ਪਿੱਟਦੀ ਹੈ। ਤੇ ਗੁਰਮੁਖੋ ਇਸੇ ਰਿਖੀ ਦਾ ਪੁੱਤਰ ਜਿਹੜਾ ਨਾ ਜੰਗਲ ਵਿੱਚ ਤਪ ਕਰਨ ਵਾਸਤੇ ਗਿਆ, ਜਦੋਂ ਉਹਨੂੰ ਪਤਾ ਲੱਗਾ ਵੀ ਮੇਰੇ ਪਿਤਾ ਨੂੰ ਮਾਰ ਦਿੱਤਾ ਮੇਰੇ ਮਾਸੜ ਨੇ ਆ ਕੇ, ਹੁਣ ਉਹ ਬੜਾ ਜਪੀ ਤਪੀ ਹੈ, ਨਾਮ ਹੈ ਪਰਸ਼ੂਰਾਮ, ਬੜੀ ਤਾਕਤ ਵਾਲਾ, ਉਹਨੇ ਆ ਕੇ ਉਹ ਰਾਜਾ ਮਾਰ ਦਿੱਤਾ, ਮਾਸੜ ਦਾ ਕਤਲ ਕਰ ਦਿੱਤਾ। ਦੋਨੇ ਘਰਾਣੇ ਹੀ ਖਤਮ ਹੋ ਗਏ, ਨਾਲੇ ਫੌਜਾਂ ਮਾਰੀਆਂ, ਨਾਲ ਰਾਜ ਭਾਗ ਖਤਮ ਕਰ ਦਿੱਤਾ। ਸੋ ਇਹ ਇਤਿਹਾਸਕਾਰਾਂ ਨੇ ਸਾਖੀ ਜਿਹੜੀ ਹੈ ਨਾ ਪੁਰਾਣਾਂ ਦੇ ਵਿੱਚ ਲਿਖੀ ਹੈ। ਕਹਿਣ ਲੱਗੇ ਗੁਰਮੁਖੋ ਗੱਲ ਇਹ ਹੈ ਵੀ ਇਹ ਚਿੰਤਾਮਣੀ ਭਾਵੇਂ ਹੈ, ਭਾਵੇਂ ਕਾਮਤੇਨ ਗਊ ਹੈ, ਭਾਵੇਂ ਕਲਪ ਬ੍ਰਿਸ਼ ਹੈ, ਇਹ ਮਨ ਦੇ ਫੁਰਨੇ ਜ਼ਰੂਰ ਪੂਰੇ ਕਰਦੇ, ਪਰ ਉਹਦੇ ਵਿੱਚੋਂ ਕਈ ਤਰ੍ਹਾਂ ਦੀਆਂ ਗੜਬੜਾਂ ਜਿਹੜੀਆਂ ਨੂੰ ਪੈਦਾ ਹੋ ਜਾਂਦੀਆਂ, ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਪੈਦਾ ਹੋ ਜਾਂਦੀਆਂ।
ਹੁਣ ਗਾਂ ਆਈ ਤੇ ਹਿਫਾਜ਼ਤ ਕਰਨ ਵਾਸਤੇ ਹੈ, ਗਾਂ ਆਈ ਤੇ ਮਦਦ ਕਰਨ ਵਾਸਤੇ, ਪਰ ਮਦਦ ਦੀ ਜਗ੍ਹਾ ਤੇ ਨੁਕਸਾਨ ਹੋ ਗਿਆ। ਜਿਹਨੇ ਸੱਦੀ ਆ ਉਹਦਾ ਕਤਲ ਹੋ ਗਿਆ, ਜਿਹਨੇ ਕਤਲ ਕੀਤਾ ਫਿਰ ਉਹਦਾ ਕਤਲ ਹੋ ਗਿਆ। ਤੇ ਭਗਤ ਰਵਿਦਾਸ ਜੀ ਇੱਥੇ ਬਚਨ ਕਰਦੇ, ਕਹਿਣ ਲੱਗੇ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਵੀ ਦੇਵਤਿਆਂ ਦੇ ਕੋਲ ਭਾਈ ਬੈਠਾ ਹੈ ਸੁਰ ਤਰ ਕਲਪ ਬ੍ਰਿਸ਼, ਦੇਵਤਿਆਂ ਦੇ ਕੋਲ ਹੈ ਚਿੰਤਾਮਣੀ, ਦੇਵਤਿਆਂ ਦੇ ਕੋਲ ਹੈ ਕਾਮਧੇਨ ਗਊ। ਇਹ ਤੇ ਸੁਣਿਆ ਜਾਂਦਾ ਵੀ ਉਹਨਾਂ ਦੇ ਕੋਲ ਹੈ। ਭਾਈ ਪਿਆਰਿਆ, ਤੂੰ ਇਹ ਬਚਨ ਸੁਣ ਕੇ ਦੁਨੀਆ ਦੇ ਕੋਲੋਂ ਪਰਮਾਤਮਾ ਦੀ ਬੰਦਗੀ ਛੱਡ ਕੇ ਤੇ ਤੂੰ ਲੱਗ ਪਿਆ ਦੇਵਤਿਆਂ ਦੇ ਮੰਤਰ ਪੜ੍ਹਨ। ਵੇਖ ਜਿਨ੍ਹਾਂ ਨੇ ਮੰਤਰ ਪੜ੍ਹ ਕੇ ਗਾਵਾਂ ਸੱਦੀਆਂ ਰਿਖੀ ਵਰਗਿਆਂ ਨੇ, ਉਹਨਾਂ ਦਾ ਹਾਲ ਕੀ ਹੋਇਆ। ਇਹ ਤੇ ਪਤਾ ਵੀ ਰਿਖੀ ਨੇ ਗਾਂ ਸੱਦੀ ਹੈ ਮੰਤਰਾਂ ਦੇ ਬਲ ਦੇ ਨਾਲ, ਤੇ ਤੂੰ ਵੀ ਉਹ ਮੰਤਰ ਪੜ੍ਹਦਾ ਪਿਆ, ਪਰ ਉਹ ਗਾਂ ਨੇ ਆ ਕੇ ਕੀਤਾ ਕੀ, ਰਿਖੀ ਦਾ ਕੀ ਹਾਲ ਹੋਇਆ। ਤੇ ਉਹ ਦੋਨੇ ਭੈਣਾਂ ਵਿਚਾਰੀਆਂ ਵਿਧਵਾ ਹੋ ਗਈਆਂ, ਰਾਜਾ ਵੀ ਮਰ ਗਿਆ, ਰਿਖੀ ਵੀ ਮਰ ਗਿਆ, ਦੋਨੇ ਜਾਣੀਆਂ ਵਿਧਵਾ ਹੋ ਗਈਆਂ। ਕਹਿਣ ਲੱਗੇ ਪਦਾਰਥ ਮੰਗਣ ਵਾਸਤੇ ਮੰਤਰਾਂ ਦਾ ਜਾਪ ਤੇ ਜ਼ਰੂਰ ਕਰਦਾ ਹੈ, ਪਰ ਉਹ ਜਿਹੜਾ ਪਦਾਰਥ ਤੇਰੇ ਕੋਲ ਆਉਣਾ ਉਹ ਦੁੱਖ ਦੇ ਕੇ ਜਾਵੇਗਾ, ਸੁੱਖ ਦੇ ਕੇ ਜਾਵੇਗਾ, ਇਸ ਗੱਲ ਨੂੰ ਜਾਣਦਾ ਕੋਈ ਨਹੀਂ ਹੈ। ਤੇ ਜਿਹੜੇ ਪਦਾਰਥ ਨੇ ਦੁੱਖ ਰੂਪ ਹੋ ਜਾਣਾ, ਫਿਰ ਮੰਗਣਾ ਹੀ ਕਾਸ ਵਾਸਤੇ, ਮੰਗਣਾ ਹੀ ਕਿਉਂ ਹੈ। ਬਚਨ ਆ ਗਿਆ, ਕਹਿਣ ਲੱਗੇ ਭਾਈ ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ ਰੇ। ਉਹ ਜਿਹੜਾ ਪਰਮਾਤਮਾ ਹੈ ਉਹ ਕਹਿਣ ਲੱਗੇ ਸੁਖ ਸਾਗਰ, ਸੁੱਖਾਂ ਦਾ ਸਮੁੰਦਰ ਹੈ। ਪਰਮਾਤਮਾ ਕੋਲੋਂ ਪਦਾਰਥ ਮੰਗੇਗਾ, ਉਹ ਪਦਾਰਥ ਦੁੱਖ ਦਾ ਹੀ ਨਹੀਂ ਹੋਵੇਗਾ। ਜੇ ਉਹਨੇ ਪਦਾਰਥ ਦਿੱਤਾ ਤੇ ਉਹ ਪਦਾਰਥਾਂ ਦਾ ਸੁੱਖ ਵੀ ਤੇਰੇ ਕਰਮਾਂ 'ਚ ਲਿਖੇਗਾ। ਪਰਮਾਤਮਾ ਨੂੰ ਛੱਡ ਕੇ ਹੋਰਾਂ ਦੇ ਮੰਤਰਾਂ ਦਾ ਜਾਪ ਕਰਕੇ ਪਦਾਰਥ ਮੰਗੇਗਾ, ਉਹ ਪਦਾਰਥ ਮਿਲ ਤੇ ਸਕਦਾ ਹੈ, ਪਰ ਉਹ ਪਦਾਰਥ ਗੁਰਮੁਖਾ ਦੁੱਖ ਰੂਪ ਹੋ ਸਕਦਾ ਹੈ। ਪਦਾਰਥ ਤੇ ਮਿਲਿਆ, ਵਸਤੂ ਸੁੱਖ ਦੇਵੇ ਦੁੱਖ ਦੇਵੇ ਇਹ ਕੋਈ ਨਹੀਂ ਜਾਣਦਾ। ਜਿਨ੍ਹਾਂ ਨੇ ਮੰਗਿਆ ਉਹਨਾਂ ਦੀ ਸਾਖੀ ਤੇਰੇ ਸਾਹਮਣੇ ਕੀਤੀ ਹੈ। ਇਹ ਪੁਰਾਣਾਂ ਦਾ ਲਿਖਿਆ ਹੋਇਆ, ਸ਼ਾਸਤਰਾਂ ਦਾ ਲਿਖਿਆ ਹੋਇਆ ਲੇਖ ਹੈ, ਇਸ ਨੂੰ ਝੁਠਲਾ ਕੋਈ ਨਹੀਂ ਸਕਦਾ ਹੈ ਵੀ ਰਿਖੀ ਨੇ ਸੁੱਖ ਵਾਸਤੇ ਗਊ ਨੂੰ ਸੱਦਿਆ, ਪਰ ਉਹ ਮੌਤ ਦਾ ਕਾਰਨ ਬਣ ਗਈ। ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਮੰਤਰਾਂ ਦਾ ਜਾਪ ਤੂੰ ਵੀ ਕਰਦਾ, ਆਹ ਪਦਾਰਥ ਮਿਲ ਜਾਵੇ ਐਸ ਦੇਵਤੇ ਕੋਲੋਂ, ਐਸ ਪੈਗੰਬਰ ਦੇ ਕੋਲੋਂ, ਪਰ ਉਹ ਆਇਆ ਹੋਇਆ ਪਦਾਰਥ ਤੈਨੂੰ ਦੁੱਖ ਦੇ ਕੇ ਜਾਵੇਗਾ, ਸੁੱਖ ਦੇ ਕੇ ਜਾਵੇਗਾ, ਇਹ ਕੋਈ ਨਹੀਂ ਜਾਣਦਾ ਹੈ। ਪਰ ਪਰਮਾਤਮਾ ਹੈ ਸੁੱਖਾਂ ਦਾ ਸਾਗਰ, ਜੇ ਉਹਦਾ ਨਾਮ ਜਪੇਗਾ ਉਹ ਜਿਹੜਾ ਪਦਾਰਥ ਤੈਨੂੰ ਦੇਵੇਗਾ ਉਹ ਸੁੱਖ ਹੀ ਸੁੱਖ ਦੇਵੇਗਾ, ਉਹ ਪਦਾਰਥ ਦੁੱਖ ਰੂਪ ਨਹੀਂ ਹੋਵੇਗਾ। ਸੁਖ ਸਾਗਰ ਸੁਰਤਰ ਚਿੰਤਾ ਮਨ, ਕਾਮਧੇਨ ਬਸ ਜਾ ਕੇ, ਜਿਹਦੇ ਵਸ ਦੇ ਵਿੱਚ ਹੈ, ਜਿਹਦੇ ਹੁਕਮ ਦੇ ਵਿੱਚ ਗਊ ਹੈ, ਜਿਹਦੇ ਹੁਕਮ ਦੇ ਵਿੱਚ ਕਲਪ ਬ੍ਰਿਸ਼ ਹੈ, ਜਿਹਦੇ ਹੁਕਮ ਦੇ ਵਿੱਚ ਚਿੰਤਾਮਣੀ ਹੈ, ਫਿਰ ਉਸ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਤੂੰ ਐਵੇਂ ਦੂਜਿਆਂ ਤੀਜਿਆਂ ਦੇ ਮੰਤਰ ਕਿਉਂ ਜਪਦਾ ਪਿਆ। ਦੂਜਿਆਂ ਦੇ ਜਪੇ ਹੋਏ ਮੰਤਰ ਪਦਾਰਥ ਮਿਲ ਵੀ ਗਿਆ ਤੇ ਦੁੱਖ ਰੂਪ ਹੋ ਜਾਏਗਾ, ਪਰਮਾਤਮਾ ਨੂੰ ਜੇ ਜਪੇਗਾ ਪਦਾਰਥ ਵੀ ਮਿਲੇਗਾ ਔਰ ਸੁੱਖ ਵੀ ਪਰਮਾਤਮਾ ਦੇਵੇਗਾ। ਇਸ ਕਰਕੇ ਇਹ ਭਾਈ ਗੁਰਮੁਖਾ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਹੋਰਾਂ ਮੰਤਰਾਂ ਦੇ ਵਿੱਚ ਨਾ ਪਏ। ਜਿਨ੍ਹਾਂ ਨੇ ਹੋਰ ਮੰਤਰ ਪੜ੍ਹੇ ਨੇ ਉਹਨਾਂ ਦੀ ਸਾਖੀ ਤੇਰੇ ਸਾਹਮਣੇ ਕੀਤੀ ਹੈ ਵੀ ਕੀ ਹਾਲ ਹੋਇਆ। ਇਸ ਕਰਕੇ ਵਾਹਿਗੁਰੂ ਮੰਤਰ ਨੂੰ, ਰਾਮ ਦੇ ਮੰਤਰ ਨੂੰ ਕਦੇ ਨਾ ਛੱਡ ਆਪਣੇ ਮਨ ਦੇ ਵਿੱਚੋਂ, ਉਹਨੂੰ ਜਪਣਾ ਕਰ, ਕਿਉਂਕਿ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਭ ਕੁਝ ਹੁੰਦਾ ਹੈ। ਚਾਰ ਪਦਾਰਥ ਅਸ਼ਟ ਦਸਾ ਸਿੱਧ। ਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜੇ ਚਾਰ ਪਦਾਰਥ ਨੇ, ਧਰਮ ਅਰਥ ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਮੰਨੇ ਨੇ। ਧਰਮ ਤੋਂ ਭਾਵ ਕਿ ਧਰਮ ਦੀ ਪ੍ਰਾਪਤੀ ਹੋ ਜਾਣੀ, ਧਰਮੀ ਬਣ ਜਾਣਾ, ਧਰਮ ਕਰਮ ਕਰਨ ਲੱਗ ਪੈਣਾ, ਧਰਮ ਦੇ ਕਰਮ ਕਰਨੇ, ਇਹ ਪ੍ਰਾਪਤੀ ਹੋ ਜਾਂਦੀ ਹੈ। ਧਰਮ ਅਰਥ ਤੋਂ ਭਾਵ ਹੁੰਦਾ ਦੁਨੀਆ ਦੀਆਂ ਲੋੜਵੰਦ ਵਸਤੂਆਂ ਮਿਲ ਜਾਣੀਆਂ। ਜਿਹੜੀ ਸਾਨੂੰ ਲੋੜ ਹੈ ਨਾ ਪਦਾਰਥ ਦੀ, ਵੀ ਆਹ ਮੈਨੂੰ ਵਸਤੂ ਚਾਹੀਦੀ ਹੈ, ਉਹ ਲੋੜਵੰਦ ਪਦਾਰਥ ਮਿਲ ਜਾਣਾ, ਉਸ ਨੂੰ ਅਰਥ ਆਖਿਆ ਜਾਂਦਾ। ਕਾਮ ਤੋਂ ਭਾਵ ਹੁੰਦਾ ਵਿਸ਼ੇਸ਼ ਕਿਸਮ ਦੀ ਕਾਮਨਾ, ਕੋਈ ਬਹੁਤੀ ਕਾਮਨਾ ਮਨ ਵਿੱਚ ਲਾਲਸਾ ਹੋਵੇ ਵੀ ਆਹ ਜ਼ਰੂਰ ਮਿਲਣਾ ਚਾਹੀਦਾ ਹੈ, ਉਹ ਕਾਮਨਾ ਪੂਰੀ ਹੋ ਜਾਣੀ। ਤੇ ਚੌਥਾ ਪਦਾਰਥ ਹੈ ਮੋਕਸ਼, ਨਾਮ ਗੁਰਮੁਖੋ ਮੁਕਤੀ ਦਾ। ਮੁਕਤੀ ਦੀ ਇੱਛਾ ਤੇ ਸਾਰੇ ਹੀ ਰੱਖਦੇ। ਕਹਿਣ ਲੱਗੇ ਪਰਮਾਤਮਾ ਦੇ ਸਿਮਰਨ ਦੇ ਵਿੱਚ ਇਹ ਚਾਰੇ ਪਦਾਰਥ ਮਿਲ ਜਾਂਦੇ ਨੇ। ਧਰਮ ਵੀ ਮਿਲ ਜਾਂਦਾ, ਜੇ ਕੋਈ ਨਾਮ ਜਪਦਾ, ਨਾਮ ਜਪਦਿਆਂ ਜਪਦਿਆਂ ਆਪਣੇ ਆਪ ਹੀ ਉਹ ਧਰਮੀ ਬਣ ਜਾਂਦਾ। ਭਾਵੇਂ ਕੋਈ ਮੋਨਾ ਹੈ ਨਾ, ਭਾਵੇਂ ਕੋਈ ਕਈ ਤਰ੍ਹਾਂ ਦੇ ਉਪਦਰਵ ਕਰਦਾ, ਕਈ ਤਰ੍ਹਾਂ ਦੇ ਗੁਨਾਹ ਕਰਦਾ, ਮਾੜੀ ਸੰਗਤ ਵਿੱਚ ਪਿਆ ਹੋਇਆ, ਜੇ ਉਹ ਕਿਤੇ ਨਾਮ ਜਪਣ ਲੱਗ ਪਿਆ ਨਾ, ਵਾਹਿਗੁਰੂ ਮੰਤਰ ਦਾ ਚਿੰਤਨ ਕਰਦਾ, ਥੋੜ੍ਹਾ ਸਮਾਂ ਹੀ ਕਰਦਾ, ਨਾਮ ਦੇ ਵਿੱਚ ਇੰਨੀ ਤਾਕਤ ਹੈ ਉਹ ਆਪਣੇ ਆਪ ਹੀ ਧਰਮ ਦੇ ਵੱਲ ਪ੍ਰੇਰਿਆ ਜਾਵੇਗਾ, ਉਹ ਆਪਣੇ ਆਪ ਹੀ ਧਰਮੀ ਬਣ ਜਾਏਗਾ। ਮਹਾਰਾਜ ਕਹਿਣ ਲੱਗੇ ਨਾਮ ਦੇ ਵਿੱਚੋਂ ਧਰਮ ਪ੍ਰਾਪਤ ਹੁੰਦਾ।
ਨਾਮ ਦੇ ਵਿੱਚੋਂ ਪਦਾਰਥ ਪ੍ਰਾਪਤ ਹੁੰਦੇ, ਨਾਮ ਦੇ ਵਿੱਚੋਂ ਕਹਿ ਲਈਏ ਤੇਰੇ ਮਨ ਦੇ ਫੁਰਨੇ ਜ਼ਰੂਰੀ ਸੰਕਲਪ ਜਿਹੜੇ ਉਹ ਵੀ ਪੂਰੇ ਹੋ ਜਾਂਦੇ, ਔਰ ਨਾਮ ਦੇ ਵਿੱਚੋਂ ਗੁਰਮੁਖਾ ਮੋਕਸ਼ ਵੀ ਮਿਲ ਜਾਂਦਾ ਹੈ। ਇਹ ਚਾਰ ਪਦਾਰਥ ਮਿਲਦੇ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੇ, ਐਸੇ ਬਚਨ ਮਹਾਰਾਜ ਜੀਆਂ ਦੇ। ਔਰ ਅਗਲਾ ਬਚਨ ਪਾਤਸ਼ਾਹ ਕਰਦੇ, ਅਸ਼ਟ ਦਸਾ ਸਿੱਧ 10 ਤੇ 8 18 18 ਸਿੱਧੀਆਂ ਜਿਹੜੀਆਂ ਨੇ ਉਹ ਪ੍ਰਾਪਤ ਹੋ ਜਾਂਦੀਆਂ। 18 ਸਿੱਧੀਆਂ ਦਾ ਜਿਹੜਾ ਮਨੁੱਖ ਹੈ ਉਹ ਮਾਲਕ ਬਣ ਜਾਂਦਾ ਹੈ। ਨਾਮ ਨਿਧ ਕਰ ਤਲ ਤਾਕੇ, 9 ਨਿਧੀਆਂ ਜਿਹੜੀਆਂ ਨੇ ਇਹ ਸਾਰੀਆਂ ਪ੍ਰਮਾਤਮਾ ਨੇ ਆਪਣੇ ਹੱਥ ਦੀ ਤਲੀ ਦੇ ਉੱਪਰ ਰੱਖੀਆਂ ਹੋਈਆਂ। ਜੇਬ ਦੇ ਵਿੱਚੋਂ ਕੱਢ ਕੇ ਵਸਤੂ ਦੇਣ ਲੱਗਿਆਂ ਕੁਝ ਸਮਾਂ ਲੱਗ ਜਾਂਦਾ, ਪਰ ਜਿਹੜੀ ਚੀਜ਼ ਹੱਥ ਵਿੱਚ ਫੜੀ ਹੋਵੇ ਉਹਨੂੰ ਦੇਣ ਲੱਗਿਆਂ ਟਾਈਮ ਕੋਈ ਨਹੀਂ ਲੱਗਦਾ। ਮੰਗਿਆ ਮਗਰੋਂ ਤੇ ਮਿਲੀ ਪਹਿਲਾਂ ਹੈ। ਕਹਿਣ ਲੱਗੇ ਪ੍ਰਮਾਤਮਾ ਨੇ 9 ਨਿਧੀਆਂ 18 ਸਿੱਧੀਆਂ ਤੇ 4 ਪਦਾਰਥ ਜਿਹੜੇ ਨੇ ਨਾ ਉਹ ਆਪਣੀ ਹੱਥ ਦੀ ਤਲੀ ਦੇ ਉੱਪਰ ਰੱਖੇ ਹੋਏ ਕਿ ਮੇਰਾ ਚਾਹੁਣ ਵਾਲਾ, ਮੇਰਾ ਨਾਮ ਜਪਣ ਵਾਲਾ, ਚਿੰਤਨ ਕਰਨ ਵਾਲਾ ਮੰਗੇ ਤੇ ਮੈਨੂੰ ਦੇਣ ਲੱਗਿਆਂ ਟਾਈਮ ਨਾ ਲੱਗੇ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਾਂ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਉਹ ਐਸਾ ਪ੍ਰਮਾਤਮਾ ਹੈ ਜਿਹੜਾ ਸਾਰੇ ਪਦਾਰਥ ਆਪਣੇ ਹੱਥ ਦੀ ਤਲੀ ਤੇ ਰੱਖ ਕੇ ਬੈਠੇ ਹਨ। ਹਰ 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 ਨਾ ਜਪੈ ਰਸਨਾ। ਇਸ ਕਰਕੇ ਇਹ ਭਾਈ ਪਿਆਰਿਆ, ਤੇਰੀ ਜ਼ੁਬਾਨ ਉਸ ਹਰ ਹਰ ਪ੍ਰਮਾਤਮਾ ਦੇ ਨਾਮ ਨੂੰ ਜਪਦੀ ਕਿਉਂ ਨਹੀਂ? ਇਹ ਸਵਾਲ ਹੈ। ਇਸ ਸਵਾਲ ਦਾ ਜਵਾਬ ਦੇ ਵੀ ਤੇਰੀ ਜ਼ੁਬਾਨ ਜਿਹੜੀ ਹੈ ਉਹ ਨਾਮ ਨੂੰ ਕਿਉਂ ਨਹੀਂ ਜਪਦੀ? ਨਾਮ ਜਪਣ ਵੇਲੇ ਤੈਨੂੰ ਕੀ ਹੋ ਜਾਂਦਾ? ਗੱਲਾਂ ਕਰਨੀਆਂ ਗਲੀ ਚੌਂਕ ਮੁਹੱਲੇ ਵਿੱਚ ਖੜ ਕੇ, ਥੱਕਦਾ ਨਹੀਂ, ਖਲੋਤਾ ਹੀ ਗੱਲਾਂ ਕਰੀ ਜਾਂਦਾ। ਨਾਮ ਜਪਣਾ ਹੋਵੇ ਤੇ ਬੈਠਾ ਵੀ ਥੱਕ ਜਾਂਦਾ ਹੈ। ਤੇਰੀ ਜ਼ੁਬਾਨ ਨਾਮ ਜਪਣ ਵੇਲੇ ਕਿਉਂ ਆਲਸ ਕਰਦੀ ਹੈ, ਕਿਉਂ ਥੱਕਦੀ ਹੈ? ਗੱਲਾਂ ਕਰਨ ਵੇਲੇ ਨਹੀਂ ਥੱਕਦੀ ਹੈ। ਹਰ 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 ਨਾ ਜਪੈ ਰਸਨਾ, ਪਰਮਾਤਮਾ ਦੇ ਨਾਮ ਨੂੰ ਤੇਰੀ ਰਸਨਾ ਜਪਦੀ ਕਿਉਂ ਨਹੀਂ ਹੈ? ਔਰ ਸਭ ਤਿਆਗ ਬਚਨ ਰਚਨਾ। ਇਹ ਜਿਹੜੀ ਬਚਨਾਂ ਦੀ ਰਚਨਾ ਵਿੱਚ ਪਿਆ ਹੋਇਆ ਨਾ, ਗੱਲਾਂ ਕਹਾਣੀਆਂ ਚਤਰਾਈਆਂ, ਇਹ ਬਚਨਾਂ ਦੀ ਰਚਨਾ ਛੱਡ ਕੇ ਪਰਮਾਤਮਾ ਦੇ ਨਾਮ ਨੂੰ ਕਿਉਂ ਤਿਆਗਿਆ ਹੋਇਆ ਹੈ? ਅਵਰ ਸਭ ਤਿਆਗ, ਇਹ ਸਭ ਕੁਝ ਤਿਆਗ ਛੱਡ ਕੇ ਬਚਨਾਂ ਦੀ ਰਚਨਾ ਵਿੱਚ ਕਿਉਂ ਪੈ ਗਿਆ ਹੈ? ਬਚਨਾਂ ਦੀ ਰਚਨਾ ਵਿੱਚੋਂ ਬਾਹਰ ਨਿਕਲ, ਗੱਲਾਂ ਦੀ ਬਣਤਕਾਰੀ ਵਿੱਚੋਂ ਬਾਹਰ ਨਿਕਲ, ਗੱਲਾਂ ਦੀ ਬਨੌਤ ਵਿੱਚੋਂ ਬਾਹਰ ਨਿਕਲਿਆ। ਜੇ ਕੁਝ ਪਾਉਣਾ ਚਾਹੁੰਦਾ ਹੈ ਫਿਰ ਬਖਸ਼ਿਸ਼ ਕਰਦੇ ਹਨ। ਔਰ ਸਭ ਤਿਆਗ ਬਚਨ ਰਚਨਾ। ਜੇ ਤੂੰ ਬਚਨ ਤੋਂ ਭਾਵ ਬਚਣਾ ਚਾਹੁੰਦਾ ਨਾ ਜਮਾਂ ਦੀ ਮਾਰ ਤੋਂ, ਵੀ ਜਮਾਂ ਦੀ ਮਾਰ ਨਾ ਪਵੇ, ਅਵਰ ਸਭ ਤਿਆਗ, ਸਭ ਕੁਝ ਛੱਡ ਦੇ। ਦੁਨੀਆ ਦਾ ਮੋਹ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਛੱਡ। ਜੇ ਬਚਨ ਕਹੀਏ ਬਚਣਾ ਚਾਹੁੰਦਾ, ਇਹ ਸਭ ਕੁਝ ਤੈਨੂੰ ਛੱਡਣਾ ਪਵੇਗਾ ਜੇ ਆਪਣੇ ਆਪ ਨੂੰ ਜਮਾਂ ਦੀ ਮਾਰ ਤੋਂ ਬਚਾਉਣਾ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ। ਔਰ ਸਭ ਤਿਆਗ ਬਚਨ ਰਚਨਾ। ਜਿਹੜੇ ਬਚਨ ਗੁਰੂ ਦੇ ਨੇ ਨਾ, ਉਹਨਾਂ ਬਚਨਾਂ ਦੇ ਉੱਪਰ ਚੱਲਣਾ ਕਰ। ਗੁਰੂ ਦੇ ਬਚਨਾਂ ਦੀ ਰਚਨਾ ਦੇ ਉੱਪਰ ਆਪਣੇ ਆਪ ਦੇ ਮਨ ਨੂੰ ਰਚਾਉਣਾ ਕਰ। ਆਪਣੇ ਮਨ ਨੂੰ ਗੁਰੂ ਬਚਨਾਂ ਦੇ ਉੱਪਰ ਭਰੋਸਾ ਰੱਖ ਕੇ ਤੇ ਚੱਲਣਾ ਕਰ। ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਜਿਨ੍ਹਾਂ ਨੇ ਗੁਰੂ ਦੇ ਬਚਨ ਸੁਣੇ, ਗੁਰੂ ਦੇ ਬਚਨ ਮੰਨੇ, ਉਹ ਜਿਹੜੇ ਨੇ ਦੁਨੀਆ ਤੋਂ ਤਰ ਗਏ। ਇਸ ਕਰਕੇ ਆ ਗੁਰਮੁਖਾ, ਅਵਰ ਸਭ ਤਿਆਗ, ਬਾਕੀ ਸਭ ਕੁਝ ਪਰੇ ਕਰਕੇ ਬਚਨ ਰਚਨਾ, ਗੁਰੂ ਦੇ ਬਚਨਾਂ ਦੇ ਉੱਪਰ ਧਿਆਨ ਦੇ ਵੀ ਗੁਰੂ ਕੀ ਆਖਦਾ ਹੈ। ਉਹਨਾਂ ਬਚਨਾਂ ਤੇ ਚੱਲੇਗਾ ਤੇ ਤੂੰ ਸੰਸਾਰ ਤੋਂ ਸਫਲਾ ਹੋ ਜਾਏਗਾ। ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ, ਕਾਹੇ ਧਾਵੋ। ਐਸੀਆਂ ਦਾਤਾਂ ਮਿਲਦੀਆਂ ਹਨ। ਰਹਾਉ ਨਾਨਾ ਖਿਆਨ ਪ੍ਰਾਨ ਭੇਦ ਵਿਦ 34 ਅੱਖਰ ਮਾਹੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਨਾਨਾ ਖਿਆਨ, ਇਹ ਜਿਹੜਾ ਬਹੁਤ ਵੱਡਾ ਮਹਾਭਾਰਤ ਹੈ, ਇਹ ਜੋ ਬਹੁਤ ਵੱਡਾ ਦੇਸ਼ ਹੈ, ਇਹ ਜੋ ਬਹੁਤ ਵੱਡਾ ਬ੍ਰਹਿਮੰਡ ਹੈ ਨਾ, ਇਹਦੇ ਵਿੱਚ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ 18 ਪੁਰਾਣ ਹਨ ਅਤੇ ਇਸੇ ਤਰ੍ਹਾਂ ਨਾਨਾ ਖਿਆਨ ਪੁਰਾਣ ਵੇਦ ਵਿਦ, 18 ਤਰ੍ਹਾਂ ਦੇ ਜਿਹੜੇ ਪੁਰਾਣ ਨੇ ਅਤੇ ਇਸੇ ਤਰ੍ਹਾਂ 4 ਤਰ੍ਹਾਂ ਦੇ ਜਿਹੜੇ ਵੇਦ ਨੇ, ਇਹਨਾਂ ਦੀ ਜਿਹੜੀ ਵਿਧੀ ਹੈ, ਮਰਿਆਦਾ ਹੈ, ਪਾਤਸ਼ਾਹ ਕਹਿਣ ਲੱਗੇ 34 ਅੱਖਰ ਮਾਹੀ। ਇਹ 34 ਅੱਖਰਾਂ ਦੇ ਵਿੱਚ ਹੀ ਹੈ। 34 ਅੱਖਰਾਂ ਦੇ ਵਿੱਚ ਵੇਦਾਂ ਦਾ ਸਿਧਾਂਤ, ਪੁਰਾਣਾਂ ਦਾ ਸਿਧਾਂਤ ਕਥਨ ਕੀਤਾ ਗਿਆ ਹੈ। ਇਸ ਕਰਕੇ ਤੂੰ ਇਹਨਾਂ ਅੱਖਰਾਂ ਦੇ ਜਾਪ ਨੂੰ ਛੱਡ ਨਾ। ਇਹ ਸਾਰਾ ਕੁਝ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੈ।
महाराज कहन लगे सो इसे तरह नाना ख्यान पुराण वेद विद 34 अखर माही 30 ते 4 34 34 अखरां विच वेदां दा सिद्धांत 34 अखरां दे विच इसे तरह पुराणां दा सिद्धांत दर्ज कीता है। उस सिद्धांत नूं अपनाउणा कर। फिर बख्शिश करते हैं नाना ख्यान पुराण वेद विद 34 अखर माही। 34 अखर किहड़े ने? गुरमुखी दे गुरमुखों 35 अखर ने ते 35 अखरां दे विचों ऊड़ा जिहड़ा ना वो मंगलाकार है, मंगला रूप है। ऊड़े नूं परे कर दईए मंगल जान के ते मगर गुरमुखी दे 34 अखर रह जांदे। कहण लगे 34 अखरां दे विच धन गुरु ग्रंथ साहिब पातशाह की बाणी दर्ज की है गुरु नानक देव महाराज जियां ने। इस करके इस बाणी नूं पढ़ना कर, इस बाणी नूं विचारना कर, इस बाणी नूं अपने मन दे विच कमाई दे रूप दे विच लेना कर। कमाई कर, तेरा भला हो जाएगा। ये सतगुरु जी बख्शिश करते, कहन लगे भाई ये दातां जिहड़ियां ने तैनूं तां मिलदियां ने जिवें कि ये लिखियां होईयां उन्हां दे उपर अपने मन नूं लाउणा कर, अपने मन नूं टकाउणा कर। फिर कहन लगे दात जिहड़ी है प्राप्त हुंदी है। प्यास विचार कयो परमार्थ राम नाम सर नाही। सतगुरु बख्शिश कर दे नाना ख्यान पुराण वेद विद 34 अखर माहे। मुसलमान धर्म की गल करिए ना, हुणे आपां हिंदू धर्म के ग्रंथां का जिक्र किया है भी 34 अखरां का सिद्धांत वेदां ते शास्त्रां दे विच है। 34 अखर जिहड़े ने गुरमुखी दे उन्हां दा सिद्धांत गुरबाणी दे विच है। इसे तरह मुसलमान धर्म की गल करिए तो कहन लगे कि भाई ये 34 अखर किहड़े ने? 4 तो भाव उचारण किए हुए ते 30 तो भाव 30 सुपारे ने। मुसलमान धर्मां दे जिहड़े ग्रंथ लिखे गए ना, कुरान इतिहासक जिन्ने भी ने, इन्हां दे जिहड़े सुपारे लिखे गए पैगंबरां दे वल्लों उन्हां दी गिनती कहन लगे 30 है। कहन लगे 4 तो भाव उचारण किए ये जिहड़े 30 सुपारे हैं इन्हां दे सिद्धांत नूं ग्रहण कर, उस सिद्धांत दे उपर चलना कर जे कुछ प्राप्ति करनी चाहुंदा है। ऐसियां बख्शिशां जिहड़ियां ने वो तैनूं प्राप्त हो जाणगियां। सतगुरु फिर बख्शिश करते हैं नाना ख्यान प्राण वेद विद 34 अखर माही। 34 तो भाव विद्वानां ने 44 भी किया है। जिवें गुरमुखी दे 35 अखर ने ते 35 अखरां दे नाल गुरमुखों 9 अंक ने 1 2 3 4 5 6 7 8 ते 9 9 अंकां की गिनती हुंदी है गणित की। उस तो बाद विच नाल 0 लग गई, एक नाल एका लग गया, एक नाल दूआ लग गया, तीआ लग गया, 12 13 14 15 वध गए। पर केवल अंक 9 ही ने। 9वां नूं अगे पिछे जोड़ के वधा के घटा के अगों गिनती वधदी है। अंक 9 ही मन्ने जांदे ने। कहण लगे गणित दे 9 अखर ते गुरमुखी दे 35 अखरां दा जोड़ करिए 44 बन गए। कहण लगे ये जिहड़े 44 अखर ने सिद्धांत रूप ने। ये सिद्धांत नूं समझ लै अपने मन विच। इस गिनती नूं समझ के इन्हां गिनती वाले अखरां विच परमात्मा दा नाम उचारण कर जे तू अपना भला करना चाहुंदा है, जे बख्शिश लैनी चाहुंदा है। फिर महाराज बख्शिश करते हैं नाना ख्यान प्राण वेद विद 34 अखर माही। इस तरह विद्वानां ने ग्रंथां की गिनती भी की है। 18 पुराण ने अते गुरमुखों 6 शास्त्र ने ते इस तरह 4 वेद ने। इन्हां दी गिनती कर लईए 18 पुराण 6 शास्त्र 24 हो गए। इस तरह गुरमुखों 4 वेद ने 28 हो गए। अते उन्हां वेदां दा जिहड़ा सिद्धांत है, वेदां दे जिहड़े अंक ने वो भी 6 मन्ने जाते। 28 ते 6 34। कहण लगे किसी तरह भी आपां समझ लईए, विचार लईए, गल ते धार्मिक ग्रंथां दे विच जो लिखिआ ना ਉਹਦੇ ਉੱਪਰ ਚੱਲ, ਉਹਦੇ ਸਿਧਾਂਤ ਨੂੰ ਵਿਚਾਰ ਤਾਂ ਤੇਰਾ ਭਲਾ ਹੋਵੇਗਾ, ਤਾਂ ਤੇਰੇ ਉੱਪਰ ਬਖਸ਼ਿਸ਼ਾਂ ਹੋਣੀਆਂ ਹਨ। ਫਿਰ ਮਹਾਰਾਜ ਬਖਸ਼ਿਸ਼ ਕਰਦੇ ਹਨ ਨਾਨਾ ਖਿਆਨ ਪ੍ਰਾਨ ਵੇਦ ਵਿਦ 34 ਅੱਖਰ ਮਾਹੀ। ਸੋ ਇਹ ਜਿਹੜੇ 34 ਅੱਖਰ ਕਿਹੜੇ ਨੇ ਮੰਨੇ ਜਾਂਦੇ ਨੇ ਵਿਦਵਾਨਾਂ ਦੇ ਵੱਲੋਂ ਗੁਰਮੁਖੋ। ਇਸੇ ਤਰ੍ਹਾਂ ਸੰਸਕ੍ਰਿਤ ਦੇ 52 ਅੱਖਰ ਨੇ ਤੇ ਉਰਦੂ ਦੇ 37 ਅੱਖਰ ਨੇ ਤੇ ਗੁਰਮੁਖੀ ਦੇ 35 ਅੱਖਰ ਨੇ। ਇਹਨਾਂ ਦਾ ਵਿਚਾਰ ਕਰ ਲਈਏ ਇਹ ਸਾਰੇ ਮਿਲ ਕੇ ਜਿਹੜੇ 124 ਅੱਖਰ ਬਣ ਜਾਂਦੇ। ਸੋ ਬਚਨ ਆ ਗਿਆ ਨਾ 34 30 ਨੂੰ 4 ਦੇ ਨਾਲ ਗੁਣਾ ਕਰੇਗਾ ਤੇ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਅੱਗੇ ਵੱਧ ਜਾਂਦੀ ਹੈ ਤੇ ਉਹ ਗਿਣਤੀ ਨੂੰ ਜੋੜ ਕੇ 4 ਅੰਕ ਉਹਦੇ ਵਿੱਚ ਹੋਰ ਮਿਲਾ ਕੇ ਇਸ ਤਰ੍ਹਾਂ ਇਹ ਗਿਣਤੀ ਲਿਖੀ ਹੈ
ਵੀ ਭਾਵੇਂ ਉਰਦੂ ਪੜ੍ਹ ਲੈ, ਗੁਰਮੁਖੀ ਪੜ੍ਹ ਲੈ, ਸੰਸਕ੍ਰਿਤ ਪੜ੍ਹ ਲੈ, ਕਿਸੇ ਵੀ ਭਾਸ਼ਾ ਦਾ ਗਿਆਨ ਰੱਖ, ਪਰ ਉਹਨਾਂ ਭਾਸ਼ਾਵਾਂ ਦੇ ਵਿੱਚ ਪਰਮਾਤਮਾ ਦੀ ਜਿਹੜੀ ਸਿਫਤ ਕੀਤੀ ਹੈ, ਪਰਮਾਤਮਾ ਦੇ ਨਾਮ ਦਾ ਜਿਹੜਾ ਜ਼ਿਕਰ ਕੀਤਾ ਹੈ, ਉਸ ਸਿਧਾਂਤ ਨੂੰ ਵਿਚਾਰੇਂਗਾ ਤਾਂ ਤੇਰਾ ਭਲਾ ਹੋਣਾ ਹੈ। ਬਿਆਸ ਵਿਚਾਰ ਕਯੋ ਪਰਮਾਰਥ, ਰਾਮ ਨਾਮ ਸਰ ਨਾਹੀ। ਉਹ ਕਹਿਣ ਲੱਗੇ ਇਸੇ ਤਰ੍ਹਾਂ ਭਗਵਾਨ ਬਿਆਸ ਜੀ ਹੋਏ, ਜਿਨ੍ਹਾਂ ਨੇ ਕਹਿਣ ਲੱਗੇ ਵੇਦ ਲਿਖੇ ਨੇ, ਵੇਦਾਂ ਦੇ ਕਰਤਾ, ਵੇਦਾਂ ਨੂੰ ਲਿਖਣ ਵਾਲੇ ਬਿਆਸ ਜੀ ਹੋਏ ਨੇ, ਰਿਸ਼ੀ ਬਿਆਸ। ਕਹਿਣ ਲੱਗੇ ਬਿਆਸ ਤੋਂ ਵੱਡਾ ਗਿਆਨੀ ਕੋਈ ਨਹੀਂ ਹੋ ਸਕਦਾ। ਜਿਹਨੇ ਵੇਦ ਲਿਖੇ ਨੇ ਉਹਦੇ ਤੋਂ ਵੱਡਾ ਵਿਦਵਾਨ ਕਿਹੜਾ ਹੋਵੇਗਾ। ਉਸ ਵਿਦਵਾਨ ਨੇ ਵੇਦਾਂ ਨੂੰ ਲਿਖਦਿਆਂ ਹੋਇਆਂ ਇਹ ਨਿਚੋੜ ਕੱਢਿਆ, ਪਰਮਾਰਥ ਕੱਢਿਆ। ਪਰਮਾਰਥ ਤੋਂ ਭਾਵ ਹੁੰਦਾ ਨਿਚੋੜ ਕੱਢਣਾ, ਉੱਚੀ ਗੱਲ ਉਹਦੇ ਵਿੱਚੋਂ ਸੋਚ ਕੇ ਬਾਹਰ ਨਿਕਾਲਣੀ। ਕਿਹੜੀ ਹੈ? ਉਹਨਾਂ ਨੇ ਇਹ ਗੱਲ ਲਿਖੀ ਹੈ, ਰਾਮ ਨਾਮ ਸਰ ਨਾਹੀ। ਵੇਦ ਲਿਖਣ ਵਾਲੇ ਬੰਦੇ ਨੇ ਆਖਿਆ ਰਾਮ ਦੇ ਬਰਾਬਰ ਕੁਝ ਵੀ ਨਹੀਂ, ਰਾਮ ਦੇ ਨਾਮ ਦੇ ਬਰਾਬਰ ਕੁਝ ਨਹੀਂ। ਤੂੰ ਸੋਚਦਾ ਮੈਂ ਵੇਦ ਪੜ੍ਹਾਂਗਾ, ਸ਼ਾਸਤਰ ਪੜ੍ਹਾਂਗਾ, ਧਾਰਮਿਕ ਗ੍ਰੰਥ ਪੜ੍ਹਾਂਗਾ, ਪਰ ਜਿਨ੍ਹਾਂ ਨੇ ਉਹ ਗ੍ਰੰਥ ਲਿਖਿਆ ਨਾ ਬਿਆਸ ਵਰਗਿਆਂ ਨੇ, ਇਹਦੇ ਤੋਂ ਵੱਡੀ ਉਦਾਹਰਣ ਕੀ ਦੇਵੋਗੇ? ਇਸ ਤੋਂ ਵੱਡਾ ਵਿਦਵਾਨ ਕਿਹੜਾ ਹੋਵੇਗਾ ਜਿਹਨੇ ਵੇਦ ਲਿਖ ਦਿੱਤਾ? ਸਭ ਤੋਂ ਵੱਡਾ ਵਿਦਵਾਨ, ਪਹਿਲਾ ਵਿਦਵਾਨ ਬਿਆਸ ਭਗਵਾਨ ਨੂੰ ਮੰਨਿਆ ਜਾਂਦਾ। ਕਹਿਣ ਲੱਗੇ ਬਿਆਸ ਵਰਗਿਆਂ ਨੇ ਵੀ ਇਹ ਗੱਲ ਕਹੀ ਹੈ ਕਿ ਗੁਰਮੁਖਾ, ਰਾਮ ਦੇ ਨਾਮ ਦੇ ਬਰਾਬਰ ਕੋਈ ਦੂਜਾ ਮੰਤਰ ਨਹੀਂ ਹੈ। ਸਹਿਜ ਸਮਾਦ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ। ਭਗਤ ਰਵਿਦਾਸ ਜੀ ਬਚਨ ਕਰਦੇ, ਫੁਨ ਤੋਂ ਭਾਵ ਹੁੰਦਾ ਫਿਰ। ਕਹਿਣ ਲੱਗੇ ਉਪਾਧੀ ਰਹਿਤ ਜਿਹੜੀ ਸਹਿਜ ਸਮਾਧੀ ਹੈ, ਵੱਡਿਆਂ ਭਾਗਾਂ ਨਾਲ ਲੱਗਦੀ ਹੈ। ਸਮਾਧੀ ਐਵੇਂ ਨਹੀਂ ਲੱਗ ਜਾਂਦੀ। ਸਮਾਧੀ ਲੱਗਦੀ ਹੈ ਜਿਹੜੇ ਉਪਾਧੀ ਤੋਂ ਰਹਿਤ ਹੋਏ ਨੇ, ਦੁੱਖਾਂ ਤੋਂ, ਦੁਨੀਆ ਦੇ ਮੁਸੀਬਤਾਂ ਤੋਂ ਪਰੇ ਹੋਏ, ਆਦੀ ਵਿਆਧੀ ਤੇ ਉਪਾਧੀ ਤੋਂ ਪਰੇ ਹੋਣ ਵਾਲੇ ਜਿਹੜੇ ਗੁਰਮੁਖ ਨੇ, ਉਹਨਾਂ ਦੀ ਵੱਡਿਆਂ ਭਾਗਾਂ ਨਾਲ ਪਰਮਾਤਮਾ ਦੇ ਵਿੱਚ ਨਿਰਕਲਪ ਸਮਾਧੀ ਲੱਗਦੀ ਹੈ। ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ, ਜਨਮ ਮਰਨ ਭੈ ਭਾਗੀ। ਭਗਤ ਰਵਿਦਾਸ ਜੀ ਕਹਿਣ ਲੱਗੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਹਿਰਦੇ ਵਿੱਚ ਪ੍ਰਕਾਸ਼ ਹੋ ਗਿਆ, ਨਾਮ ਦਾ ਪ੍ਰਕਾਸ਼। ਤੇ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋਇਆ ਉਹਨਾਂ ਦਾ ਜੰਮਣਾ ਤੇ ਮਰਨਾ, ਇਹ ਭੈ ਭਾਗੀ, ਡਰ ਖਤਮ ਹੀ ਹੋ ਗਿਆ, ਡਰ ਮੁੱਕ ਗਿਆ, ਡਰ ਰਹਿ ਕੋਈ ਨਹੀਂ ਗਿਆ। ਜਿਨ੍ਹਾਂ ਨੇ ਪਰਮਾਤਮਾ ਤੇਰੇ ਨਾਮ ਨੂੰ ਜਪ ਕੇ ਹਿਰਦੇ ਵਿੱਚ ਪ੍ਰਕਾਸ਼ ਪਾ ਲਿਆ, ਹਿਰਦੇ ਵਿੱਚ ਜਿਨ੍ਹਾਂ ਦੇ ਗਿਆਨ ਹੋ ਗਿਆ ਨਾ, ਉਹ ਗਿਆਨੀ ਪੁਰਸ਼ਾਂ ਨੂੰ ਜੰਮਣ ਤੇ ਮਰਨ ਦਾ ਡਰ ਨਹੀਂ ਰਹਿ ਗਿਆ, ਡਰ ਮੁੱਕ ਜਾਂਦਾ ਹੈ। ਐਸੀਆਂ ਦਾਤਾਂ ਮਹਾਰਾਜ ਨੇ ਬਖਸ਼ੀਆਂ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਤੇ ਉਸ ਸੱਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਸਹਿਜ ਸਮਾਦ ਉਪਾਦ ਰਹਿਤ ਫੁਨ, ਵੱਡੇ ਭਾਗ ਲਿਵ ਲਾਗੀ। ਕਹਿ ਰਵਿਦਾਸ ਪ੍ਰਗਾਸ ਹਿਰਦੇ ਧਰ, ਜਨਮ ਮਰਨ ਭੈ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।